पुकार टीवी ते स्वागत। मैं रिशपाल सिंह ते पुकार टीवी नाल बेनती स्वीकार करके जुड़ रहे ने डॉक्टर प्यारे लाल गर्ग जी, साबका रजिस्ट्रार, बाबा फरीद यूनिवर्सिटी ऑफ मैडिकल साइंसिस। डॉक्टर प्यारे लाल गर्ग जी, पुकार टीवी की समुची टीम वालों तुहानू जी आया, तुहाडा निघा स्वागत जी। शुक्रिया जी, बहुत बहुत सत श्री अकाल जी सारी टीम नूं भी दर्शकों नूं भी। धन्यवाद जी। डॉक्टर साहब, अज अपना विषय हैगा जिहड़ा ग्लासगो विच जलवायु तब्दीली ते सम्मेलन होया, ब्रिटिश स्काटलैंड के ग्लासगो विच संपन्न हो गया, प्रधानमंत्री साहब वापस आ गए है ते जिहड़ा COP 26 सम्मेलन होया, जिहड़ा संयुक्त राष्ट्र जलवायु शिखर सम्मेलन सी, उस विच प्रधानमंत्री साहब नरेंद्र मोदी ने अगले 5 दहाकिਆਂ ਲਈ बड़े सुंदर ते बड़े वड्डे ऐलान किए ने। तुसीं भी वातावरण प्रेमी हो तो लगता है कि वातावरण प्रेमी तो बहुत खुश होए होणगे जिहड़े ऐलान किए ने। किवें देखते हो इन्हां ऐलानां नूं? देखो रिशपाल सिंह जी, जिथों तक सवाल है भी ऐलान एक तरीके नाल ते स्वागतयोग ने, पर इन्हां दा पूरा विश्लेषण पहली नज़रे बहुत अच्छे लगते हैं, जिवें तुसीं कहा है, देखण नूं बड़ा सोहना लगता है। इंटरनेशनल लैवल ते भी इस नूं थोड़ी बल्ले बल्ले भी हुई है, पर एक पासे ये भी है जे असीं देखीए जिहड़ी कॉन्फ्रेंस ऑफ पार्टीज है, पार्टियां दा सम्मेलन कहंदे नूं, ये रियो डी जनवरी होई सी, उदों बाद पैरिस कॉन्फ्रेंस हुई सी, पैरिस समझौता, ਉਹਦੇ ਅੰਡਰ CO ਹੋਲਡ ਹੁੰਦੀ ਹੈ, ਕਰੀ ਜਾਂਦੀ ਹੈ ਜੀ। ਦਾ ਸੰਮੇਲਨ ਇਹਨੂੰ ਕਹਿੰਦੇ ਨੇ। ਪਾਰਟੀ ਦਾ ਮਤਲਬ ਪੋਲੀਟੀਕਲ ਪਾਰਟੀ, ਪਾਰਟੀਆਂ ਦਾ ਮਤਲਬ ਹੈ ਦੇਸ਼ ਇਹਦੇ ਜਿਹੜੇ ਪਾਰਟਿਸਿਪੇਟ ਕਰਦੇ ਨੇ, ਜਿਹੜੇ ਇਹਦੇ ਚ ਸਹਿਭਾਗੀ ਨੇ ਜੀ। ਸੋ ਇਹ ਤਕਰੀਬਨ 100 ਦੇਸ਼ ਦੇ ਵਿੱਚ ਸੀਗਾ ਤੇ ਜਿਹੜਾ ਹੈਗਾ ਆਪਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਐਲਾਨ ਕਰੇ ਨੇ ਤੇ ਜਿਹੜੇ ਵਾਤਾਵਰਨ ਪ੍ਰੇਮੀ ਖੁਸ਼ ਵੀ ਹੋ ਰਹੇ ਨੇ। ਇਹ ਐਲਾਨਾਂ ਨੂੰ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਜਾਂ ਭਾਰਤ ਦਾ ਜਿਹੜਾ ਉੱਥੇ ਸਮੁੱਚਾ ਸਥਿਤੀ ਭਾਰਤ ਨੇ ਆਪਦੀ ਪੇਸ਼ ਕੀਤੀ ਹੈ, ਉਹਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਜਿਹੜਾ ਤਾਂ ਸਾਡਾ ਵਿਕਾਸ ਦਾ ਮਾਡਲ ਚੱਲ ਰਿਹਾ ਹੈ ਉਹਦੇ ਵਿੱਚ ਕਾਫੀ ਇਹ ਜਿਹੜੀ ਸਾਡਾ ਉੱਥੇ ਆਪਣਾ ਪੱਖ ਹੈ ਉਹ ਕਾਫੀ ਤਕੜਾ ਹੈ, ਐਸੀ ਗੱਲ ਨਹੀਂ ਹੈ। ਪਰ ਜੇ ਇਸ ਨੂੰ ਅਸੀਂ ਵਾਤਾਵਰਨ ਪੱਖੋਂ ਇੱਕ ਸਮੁੱਚੇ ਹੱਲ ਦੇ ਰੂਪ 'ਚ ਪੇਸ਼ ਦੇਖਣਾ ਚਾਹੀਏ ਤਾਂ ਇਹ ਕੋਈ ਸ਼ਾਇਦ ਹੱਲ ਨਹੀਂ ਹੈ ਸਾਰੀ ਦੁਨੀਆ ਵਾਸਤੇ। ਕਿਉਂ ਜੀ, ਉਹਦੇ ਤੇ ਮੈਂ ਬਾਅਦ ਚ ਆਉਂ ਵੀ ਕਿਉਂ ਨਹੀਂ ਹੱਲ, ਪਰ ਪਹਿਲਾਂ ਮੈਂ ਇਸ ਗੱਲ ਤੇ ਆਉਣਾ ਕਿ ਕਿਹਾ ਕੀ ਹੈ, ਹੋਇਆ ਕੀ। ਉੱਥੇ ਕੋਈ ਇਸ ਤਰ੍ਹਾਂ ਅਹਿਦਨਾਮਾ ਤਾਂ ਕੋਈ ਵੀ ਨਹੀਂ ਹੋਇਆ, ਇਹ ਕੋਈ ਅਹਿਦਨਾਮਾ ਨਹੀਂ, ਇਹ ਸਿਰਫ ਜਿਹੜੇ ਦੇਸ਼ਾਂ ਦੀ ਮਰਜ਼ੀ ਸੀ ਉਹਨਾਂ ਨੇ ਕਹਿਤਾ ਅਸੀਂ ਆਹ ਕਰਾਂਗੇ, ਉਹਨਾਂ ਨੇ ਕਿਸੇ ਨੇ ਆਪ ਕਰ ਲਈ। ਅਹਿਦਨਾਮਾ ਹੁੰਦਾ ਸਾਰਿਆਂ ਦਾ ਇਕੱਠਾ, ਸਾਰਿਆਂ ਦਾ ਨਹੀਂ ਹੈ। ਜਿਵੇਂ ਅਸੀਂ ਜੇ ਦੇਖੀਏ ਸਾਡੇ ਦੇਸ਼ ਦੀ ਸਥਿਤੀ ਇਹ ਹੈ, ਸਾਰੀ ਦੁਨੀਆ 'ਚ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਕਲੋਰੋ ਫਲੋਰੋ ਕਾਰਬਨਸ ਨੇ, ਇੱਕ ਤਾਂ ਉਹ, ਇੱਕ ਮੀਥੇਨ, ਇੱਕ ਕਾਰਬਨ ਡਾਈਆਕਸਾਈਡ, ਇਹ ਤਿੰਨੇ ਜਿਹੜੀਆਂ ਹਰਤ ਘਰ ਗੈਸਾਂ ਨੇ, ਗ੍ਰੀਨ ਹਾਊਸ ਗੈਸਸ ਜਿਹਨਾਂ ਨੂੰ ਕਹਿੰਦੇ ਨੇ, ਜਿਹੜੀਆਂ ਤਾਪਮਾਨ ਨੂੰ ਵਧਾਉਂਦੀਆਂ ਨੇ, ਇਹ ਇਹਨਾਂ ਦਾ ਜਿਹੜਾ ਉਤਸਰਜਨ ਹੈ ਇਹ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ। ਦੀ ਲੋੜ ਹੈ। ਇਹ ਹੋਣ ਵਾਸਤੇ ਕਾਰਬਨ ਡਾਈਆਕਸਾਈਡ ਨੂੰ ਬੜਾ ਵੱਡਾ ਜ਼ਿੰਮੇਵਾਰ ਕਿਹਾ ਜਾਂਦਾ ਹੈ ਤੇ ਇਹਨੂੰ ਬਹੁਤ ਵੱਡਾ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਕਲੋਰੋ ਫਲੋਰੋ ਕਾਰਬਨਸ ਨੂੰ, ਹੁਣ ਜਿਹੜਾ ਕਲੋਰੋ ਫਲੋਰੋ ਕਾਰਬਨਸ ਬਾਰੇ ਸਟੈਂਡ ਹੈ ਉਹ ਜਿਹੜੇ ਵਿਕਸਿਤ ਦੇਸ਼ ਨੇ ਉਹ ਬਿਲਕੁਲ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਸਭ ਤੋਂ ਜ਼ਿਆਦਾ ਮਸ਼ੀਨਾਂ ਨੇ, ਬਿਜਲੀ ਨਾਲ ਚੱਲਣ ਵਾਲੀਆਂ, AC ਨੇ, ਹੋਰ ਨੇ, ਉਹ ਸਾਰੇ ਉਹ ਚਲਾ ਰਹੇ ਨੇ। ਠੀਕ ਹੈ ਜੀ। ਉਹਨਾਂ ਦੀ ਹੈ ਆਪਾਂ ਉਰੇ ਭਾਰਤ ਦੇ ਵਿੱਚ ਵੀ ਜੇ ਆਪਾਂ ਦੇਖੀਏ ਜਿਹੜੇ AC ਨੇ, ਫਰਿੱਜ ਨੇ, ਤੁਹਾਨੂੰ ਕੋਈ ਇੰਡੀਅਨ ਨਹੀਂ ਹੈਗੇ, ਇਹ ਬਹੁਤੇ ਬਾਹਰਲੀ ਨੇ, ਜਪਾਨੀਆਂ ਦੇ ਹੋਣ ਤੇ ਹੋਣ, ਸਾਰੀਆਂ ਕੰਪਨੀਆਂ ਉਹਨਾਂ ਦੀਆਂ ਨੇ। ਉਹ ਜਿਹੜੀਆਂ ਕਲੋਰੋ ਫਲੋਰੋ ਕਾਰਬਨਸ ਨੇ ਸਭ ਤੋਂ ਜ਼ਿਆਦਾ ਖਤਰਨਾਕ ਨੇ। ਇਹਦੇ ਵਿੱਚ ਸਾਲਾਂ 'ਚ ਇੱਕ ਸਥਿਤੀ 'ਚ ਬਦਲਾਅ ਆਇਆ ਕਿ ਜਿਹੜਾ ਅੰਤਰਰਾਸ਼ਟਰੀ ਮੰਚ ਸੀ ਉਹਦੇ ਉੱਤੇ ਇਹਨਾਂ ਦਾ ਬਿਆਨ ਹੋਣਾ ਹੀ ਹਟ ਗਿਆ ਸੀ। ਕਾਰਬਨ ਤੇ ਜ਼ੋਰ ਲੱਗੇਗਾ, ਕਾਰਬਨ ਫੁੱਟਪ੍ਰਿੰਟ ਘਟਾਓ, ਕਾਰਬਨ ਫੁੱਟਪ੍ਰਿੰਟ ਘਟਾਓ। ਇੱਕ ਤਾਂ ਇਹ ਉਹਨਾਂ ਨੇ ਉਹ ਨਹੀਂ ਮੰਨਿਆ। ਸਾਡੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ, ਉਹਨਾਂ ਨੇ ਕਿਹਾ ਕਿ ਅਸੀਂ ਕਾਰਬਨ ਡਾਈਆਕਸਾਈਡ ਘਟਾਉਣ ਨੂੰ ਤਿਆਰ ਹਾਂ।
ਮੀਥੇਨ ਦਾ ਸਾਡੇ ਸਮੱਸਿਆ ਹੈਗੀ ਹੈ, ਉਹਦੇ 'ਚ ਵੀ ਮੈਂ ਆਵਾਂਗਾ। ਕਾਰਬਨ ਡਾਈਆਕਸਾਈਡ ਘਟਾਉਣ ਵਾਸਤੇ ਉਹਨਾਂ ਨੇ ਕਿਹਾ ਕਿ ਇੱਕ ਤਾਂ ਅਸੀਂ ਜਿਹੜੀ ਵੱਡੀ ਕਾਰਬਨ ਡਾਈਆਕਸਾਈਡ ਪੈਦਾ ਹੋ ਰਹੀ ਹੈ ਉਹ ਕੋਲੇ ਨਾਲ ਚੱਲਣ ਵਾਲੇ ਜਾਂ ਗੈਸ ਨਾਲ, ਜਿਹੜਾ ਫੋਸਲ ਫਿਊਲ ਜਿਹਨੂੰ ਆਪਾਂ ਕਹਿੰਦੇ ਆ, ਅਥਾਰਟੀ ਚੱਲਣ ਵਾਲੇ ਜਿਹੜੇ ਆਪਣੇ ਬਿਜਲੀ ਘਰ ਨੇ, ਉਹਨਾਂ ਦੇ ਰਾਹੀਂ ਹੋ ਰਹੀ ਹੈ। ਭਾਰਤ ਦੇ % ਬਿਜਲੀ ਹੈ ਜਿਹੜੀ ਉਹ ਪਥਰਾਟੀ ਬਾਲਣਾਂ ਰਾਹੀਂ ਹੋ ਰਹੀ ਹੈ। ਜੇ ਅਸੀਂ ਦੇਖੇ ਜਿਹੜੀ ਪਣ ਬਿਜਲੀ ਘਰ ਨੇ ਉਹ ਸਿਰਫ 12.5% ਨੇ। ਬਾਕੀ ਤਕਰੀਬਨ 25% ਬਿਜਲੀ ਜਿਹੜੀ ਹੈ ਉਹ ਪੈਦਾ ਹੋ ਰਹੀ ਆ ਹੁਣ, ਜਿਹਨੂੰ ਅਸੀਂ ਕਹਿੰਦੇ ਆ ਨਵਿਆਉਣਯੋਗ ਊਰਜਾ ਸਰੋਤ। ਚਾਹੇ ਉਹ ਊਰਜਾ ਹੈ, ਚਾਹੇ ਉਹ ਜਵਾਰ ਭਾਟੇ ਦੀ ਊਰਜਾ ਹੈ, ਚਾਹੇ ਉਹ ਵਾਯੂ ਊਰਜਾ ਕਹਿੰਦੇ ਨੇ ਜਿਹਨੂੰ ਜੀ, ਉਹ ਹੈ ਐਨਰਜੀ। ਸੋ ਉਸ ਊਰਜਾ ਦੇ ਨਾਲ ਅਸੀਂ ਕਾਫੀ ਅੱਗੇ ਵਧੇ ਹਾਂ। ਉਸ 'ਚ 25% ਕੋਈ ਥੋੜਾ ਨਹੀਂ ਹੁੰਦਾ, ਸਾਡਾ ਚੌਥਾ ਹਿੱਸੇ ਤੋਂ ਵੱਧ 25% ਹੈ, ਬਲਕਿ 26% ਹੀ ਉਹ ਸਾਨੂੰ ਆ ਰਹੀ ਹੈ ਨਵਿਆਉਣਯੋਗ ਸਰੋਤਾਂ ਤੋਂ। ਤੇ ਦੂਜਾ ਇਹਦਾ ਇਹ ਵੀ ਹੈ ਕਿ ਨਵਿਆਉਣਯੋਗ ਸਰੋਤ ਅੱਜ ਦਿਨ ਬ ਦਿਨ ਸਸਤੇ ਹੁੰਦੇ ਜਾਂਦੇ ਨੇ, ਇਹਦੀ ਬਿਜਲੀ ਪੈਦਾ ਕਰਨਾ ਸਸਤਾ ਹੋ ਰਿਹਾ ਹੈ। ਜਿਹੜੇ ਹੈਗੇ ਨੇ ਪਥਰਾਟੀ ਬਾਲਣ ਵਾਲੇ, ਕੋਲੇ ਵਾਲੇ, ਖਾਸ ਕਰਕੇ ਡੀਜ਼ਲ ਵਾਲੇ ਜਾਂ ਗੈਸ ਵਾਲੇ, ਇਹਨਾਂ ਦੀ ਬਿਜਲੀ ਪੈਦਾ ਕਰਨਾ ਬਹੁਤ ਮਹਿੰਗਾ ਹੋ ਰਿਹਾ ਹੈ, ਵਾਤਾਵਰਨ ਨੂੰ ਤਾਂ ਨੁਕਸਾਨ ਕਰਦਾ ਹੈ। ਸੋ ਸਾਡੇ ਮੰਤਰੀ ਨੇ ਕਿਹਾ ਕਿ ਅਸੀਂ 500 ਗੀਗਾਵਾਟ ਬਿਜਲੀ ਹੈ ਜਿਹੜੀ ਇਹਦੇ ਤੋਂ ਨਹੀਂ ਪੈਦਾ ਕਰਾਂਗੇ, 500 ਗੀਗਾਵਾਟ ਤੇ ਲੈ ਜਾਵਾਂਗੇ ਅਸੀਂ, ਜਿਹੜੀ ਸਾਡੀ ਨਵਿਆਉਣਯੋਗ ਹੈ। ਭਾਰਤ ਦੇ ਵਿੱਚ ਜਿਹੜੀ ਪੂਰੀ ਊਰਜਾ ਪੈਦਾ ਹੋਈ ਹੈ ਉਹ 399 ਗੀਗਾਵਾਟ ਹੈ, 388.66, 399 ਜੀ, ਕਿਉਂਕਿ 2030 ਤੱਕ ਇਹ ਵਧਣੀ ਹੈ। ਇਸ ਕਰਕੇ ਉਹਨਾਂ ਨੇ ਆਖਿਆ ਵੀ 2030 ਤੱਕ ਅਸੀਂ ਜਿਹੜੀ ਸਾਡੀ ਨਵਿਆਉਣਯੋਗ ਊਰਜਾ ਹੈ, ਮਿਕਸ ਊਰਜਾ ਕਹਿੰਦੇ ਨੇ ਇਹਨੂੰ, ਰਲਾ ਕੇ ਸਾਰੀ, ਉਹਦੇ 'ਚ ਅਸੀਂ 500 ਤੱਕ ਲੈ ਜਾਵਾਂਗੇ। ਦੂਜੇ ਉਹਨਾਂ ਨੇ ਕਿ ਅਸੀਂ ਜਿਹੜਾ ਕਾਰਬਨ ਉਤਸਰਜਨ ਹੈ ਉਹ 1 ਬਿਲੀਅਨ ਅਸੀਂ ਘਟਾ ਦਿਆਂਗੇ। ਹੁਣ 3.3 ਬਿਲੀਅਨ ਹੈ, ਤੇ ਇਹਦੀ ਵੱਧ ਕੇ 2030 ਤੱਕ ਸੰਭਾਵਨਾ ਹੈ ਕਿ ਇਹ 4 ਬਿਲੀਅਨ ਤੇ ਪਹੁੰਚ ਜਾਊਗਾ। ਤੇ ਜੇ ਅਸੀਂ 10 ਸਾਲਾਂ ਦੀ ਗਣਨਾ ਕਰੀਏ, 9 ਸਾਲਾਂ ਦੀ, ਕਿਉਂਕਿ 21 ਤਾਂ ਚਲਾ ਹੀ ਗਿਆ, 9 ਸਾਲਾਂ 'ਚ ਇਸਨੇ 36 ਬਿਲੀਅਨ ਵੱਧ ਜਾਣਾ ਹੈ, ਤੇ ਅਸੀਂ ਜਾਂ 40 ਬਿਲੀਅਨ ਵੱਧ ਜਾਣਾ, ਉਹ 'ਚੋਂ ਅਸੀਂ ਕਿਹਾ ਵੀ 1 ਬਿਲੀਅਨ ਅਸੀਂ ਘਟਾਵਾਂਗੇ। ਪਹਿਲਾਂ ਅਸੀਂ ਕਮਿਟਮੈਂਟ ਨਹੀਂ ਕਰੀ ਸੀ, ਇੱਦਾਂ ਕਦੇ ਵਾਅਦਾ ਨਹੀਂ ਦਿੱਤਾ ਸੀ ਵੀ ਅਸੀਂ ਇੰਨੇ % ਹੋ ਗਿਆ, ਵੀ ਜੇ ਅਸੀਂ 3% ਘਟਾਉਣ ਨੂੰ ਤਿਆਰ ਹਾਂ ਤਾਂ ਕਾਫੀ ਵੱਡੀ ਗੱਲ ਹੈ, 2.5 ਤੋਂ 3 ਜੀ। ਸਾਡੇ ਪ੍ਰਧਾਨ ਮੰਤਰੀ ਜੀ ਨੇ ਇਹ ਵੀ ਕਿਹਾ ਕਿ ਅਸੀਂ ਜ਼ੀਰੋ ਦਾ ਮਤਲਬ ਕੀ ਹੈ? ਜ਼ੀਰੋ, ਨੈਟ ਜ਼ੀਰੋ ਦਾ ਮਤਲਬ ਇਹ ਹੈ ਕਿ ਜਿੰਨੀ ਕਾਰਬਨ ਅਸੀਂ ਪੈਦਾ ਕਰਦੇ ਹਾਂ ਜੀ, ਉਹ ਸਾਰੀ ਅਸੀਂ ਸੋਖ ਲੈਣੀ ਹੈ, ਉਹਦੀ ਖਪਤ ਕਰ ਦੇਣੀ ਹੈ। ਠੀਕ ਹੈ ਜੀ। ਉਹਦੇ ਤਰੀਕੇ ਨੇ, ਇੱਕ ਤਰੀਕਾ ਕੁਦਰਤੀ, ਜੰਗਲਾਂ ਰਾਹੀਂ, ਪੌਦਿਆਂ ਰਾਹੀਂ। ਦੂਜਾ ਤਰੀਕਾ ਇਹ ਹੈ ਕਿ ਤੁਸੀਂ ਟੈਕਨੋਲੋਜੀ ਲਾਓ ਜਿਹੜੀ ਉਹ ਕਾਰਬਨ ਨੂੰ ਬਦਲ ਦੇ ਕਿਸੇ ਹੋਰ ਚੀਜ਼। ਸੋ ਕਹਿੰਦੇ ਚਾਹੇ ਅਸੀਂ ਟੈਕਨੋਲੋਜੀ ਲਾਈਏ, ਚਾਹੇ ਕੁਛ ਲਾਈਏ, ਅਸੀਂ ਇਸ ਨੂੰ ਜਿਹੜਾ ਹੈ ਨੈਟ ਜ਼ੀਰੋ ਤੇ ਪਹੁੰਚ ਜਾਵਾਂਗੇ। ਸੋ ਉਹਦੇ ਵਿੱਚ ਜਦ ਸਾਡੇ ਪ੍ਰਧਾਨ ਮੰਤਰੀ ਜੀ ਇਹ ਵਾਅਦਾ ਕਰ ਰਹੇ ਨੇ ਕਿ ਅਸੀਂ ਮਿਕਸ ਊਰਜਾ ਜਿਹੜੀ ਹੈ ਉਹ ਵੀ ਅਸੀਂ 50% ਤੇ ਲੈ ਜਾਵਾਂਗੇ, ਅਸੀਂ 500 ਗੀਗਾਵਾਟ ਤੇ ਚਲੇ ਜਾਵਾਂਗੇ, ਅਸੀਂ 1 ਬਿਲੀਅਨ ਇਹ ਘਟਾ ਦਿਆਂਗੇ। ਸੋ ਇਹ ਵਾਅਦੇ ਜਦ ਸਾਡੇ ਪ੍ਰਧਾਨ ਮੰਤਰੀ ਜੀ ਕਰ ਰਹੇ ਨੇ ਤੇ ਅਸੀਂ ਪੂਰੀ ਜਿਹੜੀ ਹੈ ਕਾਰਬਨ ਆਪਦੀ ਉਹਨੂੰ ਸੁਖਤਾ ਕਰ ਲਾਂਗੇ। ਇਹ ਵਾਅਦੇ ਕਰਨ ਦਾ ਕਾਰਨ ਜਦ ਮੈਂ ਐਨਾਲਾਈਜ਼ ਕਰਦਾ, ਜਦ ਵਿਸ਼ਲੇਸ਼ਣ ਕਰਦਾ, ਤਾਂ ਮੈਨੂੰ ਇਹ ਲੱਗਦਾ ਹੈ ਵੀ ਸ਼ਾਇਦ ਅਸੀਂ ਏਡੀ ਵੱਡੀ ਗੱਲ ਪ੍ਰਧਾਨ ਮੰਤਰੀ ਨਾ ਕਰਦੇ। ਹੁਣ ਜਿਹੜਾ ਦੇਸ਼ 'ਚ ਸਥਿਤੀ ਬਣੀ ਹੋਈ ਹੈ, ਜੋ ਗਲਾਸਗੋ 'ਚ ਉਹਨਾਂ ਦਾ ਵਿਰੋਧ ਹੋਇਆ, ਤੁਸੀਂ ਦੇਖਿਆ ਹੀ ਹੈ ਜੀ। ਮੈਨੂੰ ਦੇ ਵਿੱਚੋਂ ਉਹਨਾਂ ਨੇ ਕੁਝ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਭੱਲ ਖੱਟਣ ਵਾਸਤੇ ਇਹ ਕਰਿਆ ਵੀ ਲਓ ਮੈਂ ਤਾਂ ਆਪ ਹੀ ਕਰ ਦੂੰਗਾ। ਹਾਲਾਂਕਿ ਭਾਰਤ ਕੋਈ ਪਿੱਛੇ ਹੈ, ਪਹਿਲਾਂ ਵੀ ਭਾਰਤ ਜਿਹੜਾ ਹੈ ਪੱਛਮੀ ਦੇਸ਼ਾਂ ਦੇ ਮੁਕਾਬਲੇ ਵਾਤਾਵਰਨ ਵਾਸਤੇ ਜ਼ਿਆਦਾ ਵੱਡੇ ਸਟੈਪ ਲੈਂਦਾ ਆਇਆ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਠੀਕ ਹੈ ਜੀ। ਪਰ ਹੁਣ ਕੀ ਹੈ, ਇਹ ਮੈਨੂੰ ਇਹ ਲੱਗਦਾ ਵੀ ਭਾਰਤ ਸਥਿਤੀ ਇਸ ਕਰਕੇ ਵੀ ਥੋੜੀ ਜਿਹੀ ਹੋਈ ਹੈ ਵੀ ਚਲੋ ਯਾਰ ਹੁਣ
ਦੇਸ਼ ਦੇ ਅੰਦਰ ਤਾਂ ਅਸੀਂ ਬਹੁਤ ਕੁਝ ਕਰੀ ਜਾਣਾ, ਜਿਹਦੇ ਨਾਲ ਝਗੜਾ ਪਈ ਜਾ ਰਿਹਾ ਹੈ, ਤੇ ਵਿਦੇਸ਼ਾਂ ਖੁਦ ਹੋ ਰਿਹਾ ਵੀ ਕੁਛ ਨਾ ਕੁਛ ਥੋੜਾ ਜਿਹਾ ਇਹਨਾਂ ਨੂੰ ਉਹ ਕਰੋ। ਉਸੇ ਦਿਸ਼ਾ 'ਚ ਆ ਪੈਟਰੋਲ ਡੀਜ਼ਲ ਦੇ ਜਿਹੜੇ ਭਾਅ ਦੇ ਵਿੱਚ ਬਦਲਾਅ ਕਰਿਆ, ਉਹ ਵੀ ਡਿਊਟੀ ਘਟਾਈ ਹੈ, ਉਹਦੇ ਤੇ ਆਪਾਂ ਕਦੇ ਬਾਅਦ 'ਚ ਕਰਾਂਗੇ ਗੱਲ। ਸੋ ਉਹ ਦਿਸ਼ਾ 'ਚ ਕੁਛ ਕਈ ਵਾਰ ਹੁੰਦਾ ਨਾ, ਬੰਦਾ ਕਹਿੰਦਾ ਵੀ ਬੰਦੇ ਨੂੰ ਜਦ ਸੱਟ ਲੱਗਦੀ ਉਦੋਂ ਪਤਾ ਲੱਗਦਾ ਵੀ ਕੀ ਹੋ ਰਿਹਾ, ਉਸ 'ਚ ਕਰੇ। ਤੇ ਗੱਲ ਹੋਰ ਹੈ ਉੱਥੇ ਬਾਕੀ ਪੱਛਮੀ ਮੁਲਕਾਂ ਨੇ ਕਿਹਾ, ਔਰ ਉਹ 'ਚ ਤਕਰੀਬਨ 85% ਮੁਲਕਾਂ ਨੇ ਦਸਤਖਤ ਵੀ ਕਰਤੇ ਵੀ ਇਹ ਜੰਗਲਾਤ ਇਹ ਤੁਸੀਂ ਕੱਟ ਰਹੇ ਹੋ, ਡਿਫੋਰੈਸਟੇਸ਼ਨ, ਇਹਨੂੰ ਬੰਦ ਕਰੋ ਜੀ। ਉੱਤੇ ਸਾਡੇ ਮੁਲਕ ਨੇ ਤੇ ਹੋਰ 20 ਮੁਲਕਾਂ ਨੇ 25 ਮੁਲਕਾਂ ਨੇ ਕਿਹਾ ਵੀ ਨਹੀਂ, 15% ਦਸਤਖਤ ਨਹੀਂ ਕਰੇ। ਤੇ ਇਹ ਕੋਈ ਸਾਂਝਾ ਸਮਝੌਤਾ ਕੋਈ ਵੀ ਨਹੀਂ ਹੋਇਆ ਉੱਥੇ। ਖੈਰ, ਤੇ ਇਹਦੇ ਵਿੱਚ ਜੰਗਲਾਤ ਨੂੰ ਕੱਟਣ ਦੀ ਜਦ ਮੈਂ ਗੱਲ ਦੇਖਦਾ, ਭਾਰਤ ਦੇ ਵਿੱਚ ਜੰਗਲਾਤ ਦਾ ਇੱਕ ਤਾਂ ਤਰੀਕਾ ਇਹ ਵੀ ਜੇ ਅਸੀਂ ਜਿਹੜੇ ਕੱਲੇ ਕੱਲੇ ਦਰਖਤ ਲੱਗੇ ਨੇ ਹੋਰ ਨੇ ਉਹਨੂੰ ਵੀ ਮਿਲ ਲੈਂਦੇ ਨੇ, ਗਿਣ ਲੈਂਦੇ ਨੇ। ਤਕਰੀਬਨ ਜੰਗਲਾਤ 20% ਹੈ ਭਾਰਤ 'ਚ। ਇੱਕ ਚਾਹੁੰਦੇ ਆ ਕਿ ਜਿਹੜੀ ਜੈਵਿਕ ਵਿਭਿੰਨਤਾ ਠੀਕ ਰਹੇ, ਸੰਤੁਲਨ ਬਣਿਆ ਰਹੇ ਕੁਦਰਤ ਦਾ, ਤੇ ਵਾਤਾਵਰਨ ਸਾਫ਼ ਰਹੇ, ਤਾਂ 33% ਚਾਹੀਦਾ ਜੰਗਲਾਤ ਦਾ ਏਰੀਆ। ਬਹੁਤ ਹੀ ਘੱਟ ਹੈ, ਇਹਦੇ 'ਚ ਤਾਂ ਨਾ ਮਾਤਰੀ ਹੈ। ਸੋ ਜੰਗਲਾਤ ਸਭ ਤੋਂ ਜ਼ਿਆਦਾ ਮਿਜ਼ੋਰਮ 'ਚ ਨੇ, 86% ਏਰੀਆ ਉਹਨਾਂ ਦਾ ਜੰਗਲਾਤ 'ਚ ਹੈ। ਤੇ ਸਾਨੂੰ ਇਹਨਾਂ ਗੱਲਾਂ ਨੂੰ ਸਮਝ ਕੇ ਇਸ ਜਿਹੜੀ ਵਾਤਾਵਰਨ ਦੀ ਕਾਨਫਰੰਸ ਹੋਈ ਹੈ ਸਾਰੀ ਦੁਨੀਆ ਦੀ, ਇਹਦੇ ਤਰੀਕੇ ਨਾਲ ਸਾਨੂੰ ਸੋਚਣਾ ਪਊਗਾ। ਜਿਵੇਂ ਹੁਣ ਇਹਦੇ ਵਿੱਚ ਵਾਤਾਵਰਨ 'ਚ ਇੱਕ ਨਿਊਕਲੀਅਰ ਐਨਰਜੀ ਵੀ ਹੈ। ਜੇ ਅਸੀਂ ਨਿਊਕਲੀਅਰ ਐਨਰਜੀ ਦੀ ਗੱਲ ਕਰਦੇ ਹਾਂ ਤਾਂ ਨਿਊਕਲੀਅਰ ਐਨਰਜੀ ਭਾਰਤ ਤਾਂ ਸਿਰਫ 2 ਦੁਨੀਆ ਦੇ ਵਿੱਚੋਂ ਬੰਦ ਕਰੇ ਜਾ ਰਹੇ ਨੇ। ਅਮਰੀਕਾ ਨੇ 1985 ਤੋਂ ਬਾਅਦ ਸਿਰਫ 1 ਚਾਲੂ ਕਰਿਆ, 2013 ਵਜੇ ਕਮਿਸ਼ਨ ਹੋਣੇ ਨੇ। ਫਰਾਂਸ ਆਪਦੇ ਬੰਦ ਕਰ ਰਿਹਾ ਹੈ, ਜਰਮਨੀ ਆਪਦੇ ਬੰਦ ਕਰ ਰਿਹਾ ਹੈ। ਫਰਾਂਸ 71% ਊਰਜਾ ਜਿਹੜੀ ਆ ਉਹ ਨਿਊਕਲੀਅਰ ਪਾਵਰ ਪਲਾਂਟ ਦਾ, ਪਰਮਾਣੂ ਬਿਜਲੀ ਘਰਾਂ ਤੋਂ ਆ ਰਹੀ ਹੈ। ਰੂਸ 20% ਆ ਰਹੀ ਹੈ, ਅਮਰੀਕਾ ਦੀ ਵੀ 20% ਆ ਰਹੀ ਹੈ, ਚੀਨ ਦੀ ਤਕਰੀਬਨ 5% ਉੱਥੋਂ ਆ ਰਹੀ ਹੈ, ਤੇ ਭਾਰਤ ਦੀ ਤਕਰੀਬਨ 1 ਪੁਆਇੰਟ ਕੁਛ ਆ ਰਹੀ ਹੈ ਜਿਹੜੀ ਪਰਮਾਣੂ ਊਰਜਾ ਤੋਂ। ਉਹ ਪਰਮਾਣੂ ਊਰਜਾ ਵੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਸੰਕਟ ਹੈ, ਬਹੁਤ ਵੱਡਾ ਖਤਰਾ ਹੈ। ਜਦ ਅਸੀਂ ਉਸ ਨੂੰ ਦੇਖਦੇ ਹਾਂ ਵੀ ਜਿਹੜੇ ਵਾਤਾਵਰਨ ਨੂੰ, ਔਰ ਪਰਮਾਣੂ ਊਰਜਾ ਵੀ ਵਾਤਾਵਰਨ ਨੂੰ ਖਰਾਬ ਕਰ, ਕਿਉਂਕਿ ਉਹ ਵਾਤਾਵਰਨ ਦੇ ਵਿੱਚ ਰੇਡੀਏਸ਼ਨ ਚੜ੍ਹਦੀ ਹੈ, ਉਹਦੀ ਜਿਹੜੀ ਵੇਸਟ ਤਰੀਕਾ ਭਾਰਤ 'ਚ ਅਜੇ ਨਹੀਂ ਹੈ। ਸੋ ਉਹਦੇ ਵੱਲ ਉੱਥੇ ਬਹੁਤਾ ਜ਼ਿਆਦਾ ਚਾਹੇ ਅਜੇ ਧਿਆਨ ਨਹੀਂ ਦਿੱਤਾ ਗਿਆ ਵੀ ਵਾਤਾਵਰਨ 'ਚ ਇਹ ਵੀ ਬਹੁਤ ਵੱਡਾ, ਇਹ ਵਾਤਾਵਰਨ ਦਾ ਉਦੋਂ ਵੀ ਖਤਰਨਾਕ ਹੈ ਜਿਹੜਾ ਕਿਰਨਾਟ ਵਾਤਾਵਰਨ ਨੂੰ ਟੋਟਲ ਨੂੰ ਖਰਾਬ ਕਰ ਦਿੰਦਾ, ਪਾਣੀ ਨੂੰ, ਹਵਾ ਨੂੰ, ਜੀਵ ਜੰਤੂਆਂ ਨੂੰ। ਆ ਜਿਹੜੀਆਂ ਬਿਮਾਰੀਆਂ ਕੈਂਸਰ ਹੋਰ ਹੋ ਰਹੀਆਂ ਨੇ, ਇਹ ਕਿਰਨਾਟ ਕਰਕੇ ਹੋ ਰਹੀਆਂ ਨੇ। ਸਾਡੇ ਕੋਲ ਕਿਰਨਾਟ ਦਾ ਕੋਈ ਤਰੀਕਾ ਹੀ ਨਹੀਂ। ਸੋ ਇਸ ਕਰਕੇ ਅਰੇ ਇੱਥੋਂ ਤੱਕ ਤੁਹਾਨੂੰ ਪਤਾ ਹੈ ਵੀ ਇਸ ਦੇ ਮਾਮਲੇ 'ਚ ਤਾਂ ਸਰਕਾਰਾਂ ਟੁੱਟਣ ਨੂੰ ਤਿਆਰ ਹੋ ਗਈਆਂ ਸੀ ਵੀ ਜਿਹੜਾ ਇਹ ਪਰਮਾਣੂ ਸਮਝੌਤਿਆਂ ਦੇ ਕਾਰਨ। ਤਾਂ ਸੋ ਸਾਡਾ ਵਾਤਾਵਰਨ ਦੇ ਬਾਰੇ ਇਹ ਸਾਰਾ ਕੁਛ ਅਸੀਂ ਜੇ ਤਾਂ ਸੈਂਟੀਮੈਂਟਲ ਸੰਵੇਦਨ ਵੀ ਹਾਂ ਜੀ ਚੰਗਾ ਹੋ ਗਿਆ, ਚੰਗਾ ਹੋ ਗਿਆ, ਕੁਛ ਤਾਂ ਚੰਗਾ ਹੋਇਆ, ਪਹਿਲਾਂ ਹੈ ਨਹੀਂ ਸੀ, ਕੁਛ ਤਾਂ ਘਟਿਆ, ਇਹ ਗੱਲ 'ਚ ਤਾਂ ਜੇ ਅਸੀਂ ਜਾਵਾਂਗੇ ਫਿਰ ਤਾਂ ਠੀਕ ਹੀ ਹੈ, ਤਾਂ ਵਧੀਆ ਹੀ ਕਰਿਆ। ਪਰ ਜੇ ਅਸੀਂ ਦੂਜੇ ਕਹੀਏ ਕਿ ਇਹ ਸੰਸਾਰ ਹੁਣ ਸੰਸਾਰ ਇੱਕ ਹੈ, ਉਹ ਤਾਂ ਲੋਕਾਂ ਨੇ ਰਾਜ ਹੁਕਮਰਾਨਾਂ ਨੇ ਵੰਡਿਆ ਹੋਇਆ ਹੈ। ਲੋਕ ਤਾਂ ਇੱਕੋ ਹੀ ਨੇ, ਬਨਸਪਤੀ ਇੱਕੋ ਜਿਹੀ ਆ। ਜਾਨਵਰ ਉੱਡ ਕੇ ਦੇਖ ਲਓ, ਤੁਹਾਨੂੰ ਪਤਾ ਪੰਛੀ ਆਉਂਦੇ ਨੇ 7 ਸਮੁੰਦਰਾਂ ਪਾਰ ਤੋਂ ਆ ਜਾਂਦੇ ਨੇ ਉੱਡਦੇ ਉੱਡਦੇ, ਫਿਰ ਵਾਪਸ ਚਲੇ ਜਾਂਦੇ ਨੇ। ਪ੍ਰਵਾਸੀ ਪੰਛੀ, ਬੰਦਾ ਵੀ ਪ੍ਰਵਾਸ ਕਰ ਰਿਹਾ ਹੈ। ਆ ਪੰਜਾਬੀ ਸਾਰੀ ਦੁਨੀਆ ਜਿੱਥੇ ਜਾਓ ਤੁਹਾਨੂੰ ਕੋਈ ਨਾ ਕੋਈ ਪੰਜਾਬੀ ਮਿਲ ਜਾਂਦਾ ਹੈ। ਸੋ ਇਹ ਜਿਹੜਾ ਇੱਕ ਗਲੋਬ ਹੈ, ਇਹ ਗਲੋਬ ਤੇ ਤੁਸੀਂ ਵਾਤਾਵਰਨ ਦੇ ਮਾਮਲੇ 'ਚ ਦੁਬਾਰਾ ਨਹੀਂ ਖਿੱਚ ਸਕਦੇ। ਕਾਰਬਨ ਡਾਈਆਕਸਾਈਡ ਇੱਥੋਂ ਉੱਡ ਕੇ ਜਾਂਦੀ ਜਿੱਥੇ ਵੀ ਜਾਏਗੀ ਉਹਨੂੰ ਰੋਕ ਨਹੀਂ ਸਕਦੇ, ਬੱਚਿਆਂ ਦੀ ਉਰੇ ਆਉਣੋਂ ਨਹੀਂ ਰੋਕ ਸਕਦੇ। ਸੋ ਇਸ ਕਰਕੇ ਇਹ ਜਿਹੜਾ ਵਾਤਾਵਰਨ ਨੂੰ ਖਰਾਬ ਕਰ ਰਿਹਾ ਹੈ, ਉਹ ਸਾਡਾ ਅੱਜ ਦਾ ਜਿਹੜਾ ਵਿਕਾਸ ਦਾ ਮਾਡਲ ਹੈ ਉਹ ਖਰਾਬ ਕਰ ਰਿਹਾ ਹੈ। ਵਿਕਾਸ ਦਾ ਮਾਡਲ ਕੀ ਹੈ, ਜਿਹਨੂੰ ਵਿਕਾਸ ਕਹਿੰਦੇ ਨੇ ਇਹ ਵੀ ਜੀ ਅਸੀਂ ਇੰਡਸਟਰੀ ਲਾ ਲਈ, ਅਸੀਂ ਬੜੇ ਵੱਡੀਆਂ ਚੀਜ਼ਾਂ ਪੈਦਾ ਕਰਨ ਲੱਗੇ, ਵਸਤਾਂ ਪੈਦਾ ਕਰਨ ਲੱਗੇ, ਅਸੀਂ ਲੋਕਾਂ ਨੂੰ ਸਹੂਲਤਾਂ ਬਹੁਤ ਦੇਤੀਆਂ। ਯਾਨੀ ਕਿ ਜਿਹੜਾ ਸਾਡਾ ਅੱਜ ਦਾ ਵਿਕਾਸ ਦਾ ਮਾਡਲ ਉਹ ਖਪਤ ਦਾ ਮਾਡਲ ਬਣ ਗਿਆ। ਫਿਰ ਖਪਤ ਦੇ ਵਿੱਚ ਮਾਡਲ ਬਣਾਤਾ ਸੀ ਵੀ ਵਰਤੋ ਤੇ ਸੁੱਟੋ, ਯੂਜ਼ ਐਂਡ ਥਰੋ। ਹੁਣ ਜਿੰਨਾ ਚਿਰ ਸਾਡਾ ਮਾਡਲ ਖਪਤਵਾਦੀ ਰਹੇਗਾ, ਚੀਜ਼ਾਂ
ਉਤਪਾਦ ਪੈਦਾ ਕਰਨ ਦਾ, ਵਰਤੋਂ ਤੇ ਸੁੱਟੋ ਵਾਲਾ ਰਹੇਗਾ, ਤਾਂ ਅਸੀਂ ਕੁਦਰਤੀ ਸਰੋਤਾਂ ਨੂੰ ਇੱਕ ਤਾਂ ਜ਼ਿਆਦਾ ਖਤਮ ਕਰਾਂਗੇ। ਕਿਉਂਕਿ ਜਦ ਕੱਢ ਕੇ ਤੁਸੀਂ ਵਰਤੀ ਜਾਓਗੇ, ਕੋਈ ਬੰਦਾ ਆਪਦੇ ਘਰੋਂ ਪੈਸੇ ਕੱਢ ਕੇ ਲਾਈ ਜਾਵੇ, ਉਹਦੇ 'ਚ ਨਵੇਂ ਪੈਣ ਨਾ, ਤੇ ਫਿਰ ਉਹਨੇ ਖਾਲੀ ਹੋਣਾ। ਅੱਗੇ ਕਹਿੰਦੇ ਹੁੰਦੇ ਸਾਡੇ ਮਾਤਾ ਜੀ ਸਾਨੂੰ ਦੱਸਦੇ ਹੁੰਦੇ, ਪੁੱਤਰ ਖੂਹਾਂ ਦਾ ਪਾਣੀ ਜੇ ਕੱਢੀ ਜਾਈਏ ਖੂਹ ਵੀ ਸੁੱਕ ਜਾਂਦੇ ਨੇ, ਖਾਲੀ ਹੋ ਜਾਂਦੇ ਨੇ। ਜੇ ਤਾਜ਼ਾ ਉਹਦੇ 'ਚ ਹੋਰ ਆਉਣਾ ਨਹੀਂ, ਉਹ ਆਲੇ ਦੁਆਲੇ ਤੁਸੀਂ ਇੱਟਾਂ ਲਾਤੀਆਂ, ਪਾਣੀ ਹੁਣ ਬੰਦ ਕਰਤਾ। ਅੱਗੇ ਤੁਹਾਨੂੰ ਪਤਾ ਹੋਊਗਾ ਖੂਹਾਂ ਦਾ ਥੱਲਿਓਂ ਕੱਚਾ ਹੁੰਦਾ ਸੀ ਖੂਹ, ਆਲੇ ਦੁਆਲੇ ਮੌਣ ਉਹ ਪੱਕੀ ਹੁੰਦੀ ਇੱਕ ਲੈਵਲ ਤੱਕ, ਉਦੋਂ ਅੱਗੇ ਥੱਲੇ ਕੱਚਾ ਹੁੰਦਾ ਤਾਂ ਕਿ ਪਾਣੀ ਧਰਤੀ 'ਚੋਂ ਖੂਹ 'ਚ ਆਉਂਦਾ ਰਹੇ। ਤੇ ਜੇ ਨਹੀਂ ਪੱਕਾ ਕਰਦਾ ਫਿਰ ਪਾਣੀ ਆਉਣਾ ਕਿੱਥੋਂ ਹੈ? ਸੋ ਜਦ ਤੁਸੀਂ ਬੰਦ ਕਰਤਾ, ਕੱਢਣਾ ਜਾਰੀ ਰੱਖਿਆ, ਤਾਂ ਉਹਨੇ ਸੁੱਕਣਾ। ਸੋ ਹੁਣ ਅਸੀਂ ਵਾਤਾਵਰਨ ਦੇ ਵਿੱਚ, ਕੁਦਰਤ ਦੇ ਵਿੱਚ ਕੀ ਕਰ ਰਹੇ ਹਾਂ? ਅਸੀਂ ਕੁਦਰਤ ਦੇ ਵਿੱਚੋਂ ਸਰੋਤ ਕੱਢੀ ਜਾ ਰਹੇ ਹਾਂ। ਉੱਥੇ ਬਹੁਤ ਸਮਾਂ ਲੱਗਦਾ ਹੈ, ਤੇ ਨਾਲ ਦੀ ਨਾਲ ਹੀ ਅਸੀਂ ਉਹਦੇ 'ਚ ਗੰਦਮੰਦ ਕੂੜਾ ਕਚਰਾ ਜ਼ਿਆਦਾ ਸੁੱਟੀ ਜਾਂਦੇ ਹਾਂ। ਆਹ ਹੈ ਸਮੱਸਿਆ। ਜੇ ਆਪਾਂ ਦੇਖੀਏ ਕਿ ਅਸੀਂ ਕੁਦਰਤ ਦੇ ਸਰੋਤਾਂ ਦੀ ਅੰਧਾਧੁੰਦ ਵਰਤੋਂ ਕਰ ਰਹੇ ਹਾਂ, ਉਹਨਾਂ ਸਰੋਤਾਂ ਦੀਆਂ ਵਰਤੋਂ ਤੋਂ ਵਸਤਾਂ ਬਣਾਉਣ ਵਾਸਤੇ, ਤੇ ਉਹ ਵਰਤੀਆਂ ਵਸਤਾਂ ਨੂੰ ਸੁੱਟਣ ਵਾਸਤੇ ਜੋ ਕੁਝ ਅਸੀਂ ਕਰਦੇ, ਉਹਨਾਂ ਸਾਰਾ ਵਾਤਾਵਰਨ ਖਰਾਬ ਹੁੰਦਾ। ਪਹਿਲਾਂ ਬਣਾਉਣ ਵੇਲੇ ਖਰਾਬ ਹੁੰਦਾ, ਹੋਰ ਬੜਾ ਕੁਝ, ਬੜੇ ਕੈਮੀਕਲ ਤੇ ਬੜੇ ਅਸੀਂ ਕਹਿ ਲਈਏ ਜਿਹੜੇ ਹੈਗੇ ਨੇ ਕਰਨਾਟ, ਉਹ ਵਾਤਾਵਰਨ 'ਚ ਜਾ ਰਹੇ ਨੇ। ਤੇ ਦੂਜੇ ਪਾਸੇ ਕੂੜਾ ਕਚਰਾ ਸੁੱਟਦੇ ਹਾਂ। ਹੁਣ ਆਪਾਂ ਨੂੰ ਪਤਾ ਕਿੰਨਾ ਕੂੜਾ ਕਚਰਾ ਪੈਦਾ ਹੋ ਰਿਹਾ ਸ਼ਹਿਰਾਂ 'ਚ, ਸਾਰਾ ਪਲਾਸਟਿਕ ਇਕੱਠਾ ਹੋ ਹੀ ਰਿਹਾ। ਇੱਕ ਪਾਸੇ ਕਹਿੰਦਾ ਵਾਤਾਵਰਨ ਠੀਕ ਕਰਨਾ, ਦੂਜੇ ਪਾਸੇ ਅਸੀਂ ਪਲਾਸਟਿਕ ਦਾ ਸਾਰਾ ਕੁਝ ਕਰੀ ਜਾਂਦੇ ਹਾਂ, ਜਿਹੜਾ ਉਹ ਜੈਵਿਕ ਤੌਰ ਤੇ ਗਲਦਾ ਹੀ ਨਹੀਂ। ਹਾਂ, ਜਿਹੜੇ ਕਾਗਜ਼ ਸੀ ਸੁੱਟੋ, 4 ਦਿਨਾਂ 'ਚ ਕਾਗਜ਼ ਗਲ ਜਾਂਦਾ। ਕਣਕ ਪਈ ਵੀ ਗਲ ਜਾਂਦੀ ਹੈ, ਕਹਿੰਦੇ ਰੇਹ ਵਰਗੀ ਹੋ ਗਈ ਜੀ, ਰੇਹ ਸੱਚੀ ਮੁੱਚੀ ਬਣ ਜਾਂਦਾ ਕੋਈ ਵੀ ਚੀਜ਼ ਆ। ਹੁਣ ਜਿਹੜਾ ਪਲਾਸਟਿਕ ਹੈ, ਟੈਰਾਲੀਨ ਤਾਂ ਨਹੀਂ ਨਾ ਰੱਖੀ, ਟੈਰਾਲੀਨ ਮੀਂਹ 'ਚ ਪਈ ਰਹੇ, ਚਾਹੇ ਗਲਣਾ ਨਹੀਂ ਉਸਨੇ। ਸੋ ਜਿਹੜਾ ਪਲਾਸਟਿਕ ਅਸੀਂ ਇੰਨਾ ਪੈਦਾ ਕਰਦੇ ਹਾਂ, ਤੁਸੀਂ ਕਿਸੇ ਸ਼ਹਿਰ ਦੇ ਆਲੇ ਦੁਆਲੇ ਜਾ ਲਓ, ਉੱਥੋਂ ਲਿਫਾਫੇ ਹੋਰ ਕਿੰਨਾ, ਸੋ ਉਹਦੇ ਉੱਤੇ ਕਿਸੇ ਨੇ ਇੱਥੇ ਧਿਆਨ ਨਹੀਂ ਦਿੱਤਾ ਵੀ ਪਲਾਸਟਿਕ ਦਾ ਕੀ ਕਰੋਗੇ। ਇਹ ਵਾਰੀ ਜਿਹੜਾ ਸਾਰਾ ਜ਼ੋਰ ਊਰਜਾ ਤੇ ਲੱਗਿਆ ਰਿਹਾ। ਊਰਜਾ ਤੇ ਕਿਉਂ ਲੱਗਿਆ? ਕਿਉਂਕਿ ਪੂਰੀ ਜਿਹੜਾ ਸਾਡਾ ਜੀਵਨ ਹੈ, ਅਸੀਂ ਊਰਜਾ ਦੇ ਆਲੇ ਦੁਆਲੇ ਘੁਮਾਤਾ। ਜਿਹੜੀ ਮਨੁੱਖੀ ਊਰਜਾ ਵਰਤਦੇ ਸੀ, ਉਹ ਵਰਤਣੋਂ ਹਟ ਗਏ। ਜਿਵੇਂ ਜਦ ਅਸੀਂ ਸਾਈਕਲ ਤੇ ਜਾਂਦੇ ਹਾਂ ਤਾਂ ਮਨੁੱਖੀ ਊਰਜਾ ਨਾਲ ਸਾਈਕਲ ਚਲਾ ਰਹੇ ਹਾਂ, ਪਰ ਜਦ ਸਕੂਟੀ 'ਚ ਬਦਲ ਲਿਆ ਕਿ ਊਰਜਾ ਖਤਮ ਕਰਤੀ। ਜੇ ਅਸੀਂ ਰਿਕਸ਼ਾ ਤੇ ਜਾਂਦੇ ਹਾਂ ਤਾਂ ਮਨੁੱਖੀ ਊਰਜਾ ਨਾਲ ਚਲਾ ਰਹੇ ਹਾਂ, ਜਦ ਉਹਨੂੰ ਬੈਟਰੀ ਫਿਰ ਅਸੀਂ ਮਨੁੱਖੀ ਊਰਜਾ ਦੀ ਵਰਤੋਂ ਛੱਡਤੀ। ਅਸੀਂ ਘਰ ਦੇ ਵਿੱਚ ਦੁੱਧ ਰਿੜਕਦੇ ਹਾਂ ਤਾਂ ਮਨੁੱਖੀ ਊਰਜਾ ਵਰਤਦੇ ਹਾਂ, ਪਰ ਜਦ ਅਸੀਂ ਉਹ ਮਿਕਸੀ ਨਾਲ ਕਰਨ ਲੱਗ ਜਾਂਦੇ ਹਾਂ ਫਿਰ ਅਸੀਂ ਮਨੁੱਖੀ ਊਰਜਾ ਛੱਡਤੀ। ਜਦ ਅਸੀਂ ਤਾਂ ਮਨੁੱਖੀ ਊਰਜਾ ਵਰਤਦੇ ਹਾਂ, ਜੇ ਅਸੀਂ ਮਸ਼ੀਨ ਨਾਲ ਦੁੱਧ ਚੋਣਾ ਸ਼ੁਰੂ ਕਰਤਾ ਫਿਰ ਅਸੀਂ ਮਨੁੱਖੀ ਊਰਜਾ ਛੱਡਤੀ। ਜਦ ਅਸੀਂ ਭਾਂਡੇ ਮਾਂਜਦੇ ਹਾਂ ਤਾਂ ਮਨੁੱਖੀ ਊਰਜਾ ਨਾਲ ਮਾਂਜਦੇ ਹਾਂ, ਤੇ ਫਿਰ ਜਦ ਅਸੀਂ ਮਸ਼ੀਨ ਲਾ ਲਈ ਤੇ ਫਿਰ ਡਿਸ਼ ਵਾਸ਼ਰ ਲਾ ਲਿਆ, ਤੇ ਫਿਰ ਅਸੀਂ ਮਨੁੱਖੀ ਊਰਜਾ ਇੱਦਾਂ ਹੀ ਕੱਪੜੇ ਧੋਣ ਦਾ, ਇੱਦਾਂ ਹੀ ਫਰਸ਼ ਦੀਆਂ ਸਫਾਈਆਂ ਕਰਨ ਦਾ, ਯਾਨੀ ਕਿ ਕਿੰਨੇ ਕੰਮ ਨੇ, ਇੱਦਾਂ ਹੀ ਖੇਤੀ ਦੇ ਕੰਮ। ਅਸੀਂ ਮਨੁੱਖੀ ਊਰਜਾ ਤੇ ਪਸ਼ੂ ਊਰਜਾ ਨਾਲ ਜਿਹੜੇ ਕੰਮ ਕਰਦੇ ਸੀ, ਉਹ ਵੀ ਤਾਂ ਊਰਜਾ ਹੀ ਹੈ ਨਾ। ਉਹ ਵਰਤਣ ਦੀ ਬਜਾਏ ਅਸੀਂ ਬਣਾਉਟੀ ਊਰਜਾ ਤੇ ਆ ਗਏ। ਬਿਜਲੀ ਤਾਂ ਬਣਾਉਟੀ ਊਰਜਾ ਨਾ, ਚਾਹੇ ਉਹ ਜਿਵੇਂ, ਚਾਹੇ ਉਹ ਪਾਣੀ ਤੋਂ ਪੈਦਾ ਕਰੀਏ, ਚਾਹੇ ਉਹ ਹਵਾ ਤੋਂ ਪੈਦਾ ਕਰੀਏ, ਚਾਹੇ ਉਹ ਸੂਰਜ ਦੇ ਕਿਰਨਾਟ ਤੋਂ ਪੈਦਾ ਰੋਸ਼ਨੀ ਤੋਂ ਪੈਦਾ ਕਰੀਏ, ਤੇ ਹੈ ਤਾਂ ਉਹ ਬਣਾਉਟੀ ਊਰਜਾ ਨਾ, ਅਸੀਂ ਇਕੱਠੀ ਕਰਦੇ ਹਾਂ ਕਿਤੋਂ, ਚਾਹੇ ਉਹ ਸਿੱਧੀ ਸੇਜਦੇ ਹਾਂ, ਚਾਹੇ ਉਹ ਮਸ਼ੀਨਾਂ ਰਾਹੀਂ ਸੇਜਦੇ ਹਾਂ। ਸੋ ਜਦ ਅਸੀਂ ਕੁਦਰਤੀ ਊਰਜਾ ਮਨੁੱਖ ਦੀ ਹੈ, ਕੁਦਰਤੀ ਊਰਜਾ ਪਸ਼ੂਆਂ ਦੀ ਹੈ, ਇਹ ਕੁਦਰਤੀ ਊਰਜਾ ਨੂੰ ਛੱਡ ਕੇ ਬੇਲੋੜੀ ਜਿਹੜੀ ਹੈਗੀ ਹੈ ਬਣਾਉਟੀ ਊਰਜਾ ਤੇ ਨਿਰਭਰ ਹੋ ਗਈ। ਇਹਦੇ ਨਾਲ ਸਰੀਰ ਵੀ ਰਿਸ਼ਟ ਪੁਸ਼ਟ ਨਹੀਂ ਰਹੇ। ਇਹ ਠੀਕ ਹੈ ਵੀ ਬਹੁਤ ਜ਼ਿਆਦਾ ਥਕਾਉਣ ਵਾਲਾ ਹੱਦ ਪਰ ਨਵਾਂ ਕੰਮ ਨਾ ਹੋਵੇ, ਉਹ ਤੋਂ ਤਾਂ ਘੱਟ ਹੋਣਾ ਚਾਹੀਦਾ, ਪਰ ਉਹ ਤਾਂ ਸਾਡੇ ਕੋਲ ਹੋਰ ਸੌ ਤਰੀਕੇ ਨੇ। ਅਸੀਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦੇ ਦਈਏ ਤੇ ਉਹਨਾਂ ਨੂੰ ਕਹੀਏ ਤੁਸੀਂ 6 ਘੰਟੇ ਕੰਮ ਕਰਿਆ ਕਰੋ ਭਾਈ, ਵੱਧ ਕਰਨ ਦੀ ਲੋੜ ਹੀ ਨਹੀਂ। ਜਿੱਥੇ ਜ਼ੋਰ ਦਾ ਕੰਮ ਹੈ ਕਈ ਵਾਰ 4 ਘੰਟੇ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਪਰ ਮਨੁੱਖ ਤੇ ਪਸ਼ੂ ਊਰਜਾ ਦਾ ਬਦਲ ਜੇ ਅਸੀਂ ਬਣਾਉਟੀ ਊਰਜਾ ਚਲਾਵਾਂਗੇ ਤਾਂ ਵਾਤਾਵਰਨ ਨਹੀਂ ਸੁਧਰਨਾ। ਫਿਰ ਜੇ ਅਸੀਂ ਅੱਤਵਾਦ ਦੀ ਜੀਵਨ ਸ਼ੈਲੀ ਪੈਦਾ ਕਰਾਂਗੇ ਫਿਰ ਵੀ ਵਾਤਾਵਰਨ ਨਹੀਂ ਸੁਧਰਨਾ, ਜ਼ੋਰ ਜਿੰਨਾ ਮਰਜ਼ੀ ਲਾਈ ਜਾਈਏ। ਇਸ ਤੋਂ ਅੱਗੇ ਜੇ ਅਸੀਂ ਵਰਤੋਂ ਤੇ ਸੁੱਟੋ ਦੀ ਸੱਭਿਆਚਾਰ ਪੈਦਾ ਕਰਾਂਗੇ, ਕਿਉਂਕਿ ਇੰਡਸਟਰੀ ਚਲਾਉਣੀ ਹੈ। ਹੁਣ ਤਾਂ ਕਾਰਾਂ ਵੀ 5 ਸਾਲ ਜੇ ਊਂ ਨਹੀਂ ਖਰਾਬ ਹੁੰਦੀਆਂ
ਤਾਂ ਕਾਨੂੰਨ ਬਣਾ ਦਿੰਦੇ ਨੇ ਵੀ 15 ਸਾਲ ਬਾਅਦ ਭਾਈ ਕਰਦਾ ਤੁਹਾਨੂੰ ਮੁੜ ਕੇ ਆਰਸੀ ਨਹੀਂ ਮਿਲੇਗੀ। ਫਿਰ ਉਹ ਜੰਕ ਕਿੱਥੇ ਸੁੱਟਾਂਗੇ? ਦੂਜਾ ਕੀ ਕਰਦੇ ਨੇ, ਕਹਿੰਦੇ ਪੁਰਜਾ ਹੀ ਨਹੀਂ ਹੁੰਦਾ ਮਿਲਦਾ ਜੀ। ਆਪਾਂ ਕਿੰਨੀਆਂ ਦੇਖਦੇ ਹੋਵਾਂਗੇ ਘਰਾਂ 'ਚ, ਉਹਦਾ ਪੁਰਜਾ ਮੈਨੂੰ ਹਟ ਜਾਂਦਾ, ਤੁਹਾਨੂੰ ਸੁੱਟਣੀ ਪੈਂਦੀ ਆ। ਰੋਜ਼ ਮੋਬਾਈਲ, ਕਿੰਨੇ ਮੋਬਾਈਲ ਆਪਾਂ ਸੁੱਟ ਰਹੇ ਹਾਂ, ਉਹਦੇ ਨਾਲ ਕਿੰਨੀ ਉਹਦੇ 'ਚ ਜਾਂਦੀ ਹੋਊਗੀ ਕਾਰਬਨ, ਕਿੰਨੇ ਉਹਦੇ 'ਚ ਪੋਲਿਊਸ਼ਨ ਹੋ ਰਹੀ ਹੈ। ਸੋ ਇਲੈਕਟ੍ਰੋਨਿਕਸ ਦੀ ਪੋਲਿਊਸ਼ਨ ਤੇ ਪਲਾਸਟਿਕ ਦੀ ਪੋਲਿਊਸ਼ਨ ਇਹ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ ਜੀ, ਕਿਉਂਕਿ ਹੁਣ ਅਸੀਂ ਵੇਵਸ ਨੂੰ ਵਰਤ ਰਹੇ ਹਾਂ ਜ਼ਿਆਦਾ। ਇਹ 3 ਤਰ੍ਹਾਂ ਦੇ ਪੋਲਿਊਸ਼ਨ ਦੇ ਉੱਤੇ ਕੋਈ ਬਹੁਤ ਜ਼ਿਆਦਾ ਚਰਚਾ ਨਹੀਂ ਹੋਈ ਉਸ ਤਰੀਕੇ ਜੀ। ਪਰ ਡਾਕਟਰ ਸਾਹਿਬ, ਹਾਂਜੀ ਬੋਲੋ। ਡਾਕਟਰ ਸਾਹਿਬ, ਤੁਸੀਂ ਬੜੀ ਅਹਿਮ ਜਾਣਕਾਰੀ ਨਿਰੰਤਰ ਦੇ ਰਹੇ ਹੋ ਤੇ ਦਿਲ ਨਹੀਂ ਕਰਦਾ ਵਿੱਚੋਂ ਤੁਹਾਨੂੰ ਪ੍ਰੈਸ਼ਨ ਕਰੀਏ, ਪਰ ਜਿਹੜੇ ਤੁਸੀਂ ਅਹਿਮ ਨੁਕਤੇ ਉਠਾਏ ਕਿ ਜਿਹਦੀ ਚਰਚਾ ਨਹੀਂ ਹੋਈ, ਪਰ ਜਿਨ੍ਹਾਂ ਤੇ ਚਰਚਾ ਹੋਈ ਉਹਨਾਂ ਨੇ ਨਾਮ ਬੜਾ ਉੱਚਾ ਤੇ ਸੁੱਚਾ ਦੇ ਦਿੱਤਾ। ਜਿਵੇਂ ਇੱਕ ਧਰਮ ਦੀ ਭਾਵਨਾ ਦੇ ਨਾਲ, ਭਾਵੇਂ ਉਹ ਐਤਨਾਮਾ ਨਹੀਂ, ਵਾਦਾ ਹੀ ਹੈ, ਪਰ ਉਹਨੂੰ ਨਾਂ ਪੰਜ ਅੰਮ੍ਰਿਤ ਦਾ ਨਾਮ ਦੇ ਦਿੱਤਾ ਵੀ ਪੰਜ ਅੰਮ੍ਰਿਤ ਇਹ ਹੈਗਾ। ਤੇ ਉਹ 5 ਐਲਾਨ ਜਿਹੜੇ ਆ, ਉਹਦੇ ਲਈ ਤੇ ਹਜ਼ਾਰਾਂ ਵਰਗ ਕਿਲੋਮੀਟਰ ਜਿਹੜਾ ਉਹ ਰੁੱਖ ਲਾਉਣੇ ਪੈਣਗੇ, ਜੰਗਲ ਲਾਉਣੇ ਪੈਣਗੇ। ਕੀ ਭਾਰਤ ਦੇਸ਼ ਇਸ ਗੱਲ ਲਈ ਸਮਰੱਥ ਹੈ ਕਿ ਇੰਨਾ ਅਰਥਚਾਰੇ ਦਾ ਪ੍ਰਬੰਧ ਕਰ ਸਕੇ, ਜਿਹੜੇ ਵਾਅਦੇ ਕੀਤੇ ਨੇ, ਦਾਅਵੇ ਕੀਤੇ ਨੇ, ਉਹਨਾਂ ਨੂੰ ਅਮਲ ਵਿੱਚ ਲਿਆ ਸਕੇ? ਨਾ ਤੇ ਬਹੁਤ ਪਵਿੱਤਰ ਦਿੱਤਾ, ਪੰਜ ਅੰਮ੍ਰਿਤ ਨਾਮ ਦਿੱਤਾ ਉਹਨੂੰ। ਨਹੀਂ, ਉਹ ਭਾਵੇਂ ਉਹ ਤਾਂ ਦੇਖੋ, ਇਹ ਹਰ ਤਰ੍ਹਾਂ ਦੀ ਨਾਂ ਇਹੋ ਜਿਹੇ ਦਿੰਦੇ ਨੇ ਰੋਜ਼ ਹੀ। ਸਾਡੇ ਇੱਕ ਦੁਕਾਨ ਪਿਆ, ਸਾਡੇ ਤਾਂ ਜਿਹਨੇ ਸਟੋਰ ਖੋਲ੍ਹਣਾ ਹੁੰਦਾ ਹੈ, ਅੰਦਰ ਕਈ ਵਾਰ ਉਹ ਇਹੋ ਜਿਹੇ ਕੰਮ ਕਰਦਾ, ਅੱਗੇ ਲਿਖਦਾ ਗੁਰੂ ਨਾਨਕ ਸਟੋਰ ਹੈ ਤੇ ਕ੍ਰਿਸ਼ਨਾ ਸ਼ੌਪ। ਸੋ ਇਹ ਜੇ ਸਾਡੇ ਚੱਲਦਾ ਹੈ, ਸਾਡੇ ਨਾਵਾਂ ਦੇ। ਫਿਰ ਦੁਕਾਨ 'ਚ ਸਾਰੀਆਂ ਫੋਟੋਆਂ ਲਾਈਆਂ ਹੁੰਦੀਆਂ ਨੇ, ਰਾਧਾ ਸਵਾਮੀਆਂ ਦੀ ਵੀ, ਹਿੰਦੂਆਂ ਦੇ ਗੁਰੂਆਂ ਦੀਆਂ ਵੀ, ਜੈਨੀਆਂ ਦੀਆਂ। ਸੋ ਇਹ ਸਾਡੇ ਵਪਾਰ ਦੇ ਵਿੱਚ ਨਾ ਇਹਨਾਂ ਗੱਲਾਂ ਨੂੰ ਬਹੁਤ, ਇਹ ਵੀ ਵਪਾਰ ਹੀ ਹੈ ਜਿਹੜੀ ਗੱਲ ਕਰਕੇ ਆਏ ਨੇ। ਪਹਿਲਾਂ ਕਿਹਾ, ਜਿਵੇਂ ਇੱਕ ਛੋਟਾ ਜਿਹਾ ਮੈਂ ਦਿੱਤਾ ਸੀ ਵੀ ਜਦ ਦੁਨੀਆ ਦੇ ਵਿੱਚ ਕੁਰੇ ਹੋ ਰਹੀ ਹੈ ਤੇ ਦੇਸ਼ 'ਚ ਵੀ ਕੁਰੇ ਹੋ ਰਹੀ ਹੈ, ਤੇ ਕੋਈ ਨਾ ਕੋਈ ਤਾਂ ਇਹ ਕਰਨਾ ਹੀ ਸੀ ਨਾ ਵੀ ਮਾੜਾ ਮੋਟਾ ਯਾਰ ਸਾਡਾ ਨੱਕ ਨਮੂਦ ਰਹੇ ਜੇ। ਸੋ ਉਹਦੇ ਇਹ ਹੋਰ ਕੋਈ ਆਏ ਨਹੀਂ ਹੈ। ਜਿਹੜੀ ਸਾਡੀ ਸਮਰੱਥਾ ਹੈ, ਜਿਹੜਾ ਅਸੀਂ 61% ਕੋਲੇ ਤੋਂ ਲੈ ਰਹੇ ਹਾਂ ਬਿਜਲੀ, ਇਹ ਕੋਲੇ ਦੇ ਪਲਾਂਟ ਕਹਿੰਦੇ ਨੇ ਵੀ 2050 ਤੱਕ ਅਸੀਂ ਬੰਦ ਕਰ ਦੇਣੇ ਨੇ। ਵੈਸੇ ਤਾਂ ਬੰਦ ਹੋ ਜਾਂਦੇ ਨੇ ਕੋਲ ਫੈਡ, ਜਾਨੀ ਕਿ ਜਿਹੜੇ ਫਰਾਕੀ ਬਣਨ ਵਾਲੇ ਨੇ। ਪਰ ਭਾਰਤ ਦੇ ਵਿੱਚ ਜੇ 61% ਬਿਜਲੀ ਇਹਨਾਂ ਤੋਂ ਆ ਰਹੀ ਹੈ, ਤੁਸੀਂ ਜਿਹੜੀ ਦੂਜੀ ਊਰਜਾ ਉਹਦੇ ਤੇ ਉਹਨਾਂ ਨੇ ਮੰਗਿਆ ਵੀ ਹੈ ਵੀ ਤੁਸੀਂ ਜਿਹੜਾ $1 ਟ੍ਰਿਲੀਅਨ ਬਾਕੀ ਦੇਸ਼ ਦੇਣ, ਨਹੀਂ ਅਸੀਂ ਕਿਵੇਂ ਕੰਮ, ਤੁਸੀਂ ਤਾਂ ਆਪਦਾ ਬਣਾਈ ਜਾਣਾ। ਹੁਣ ਇੱਥੇ ਜਿਹੜੇ ਸਾਡੇ ਕੋਲ ਕਿੱਥੇ ਖੜੀ ਹੈ, ਜਿਹੜੇ ਤਕੜੇ ਦੇਸ਼ ਨੇ ਉਹਨਾਂ ਨੇ ਪਹਿਲਾਂ ਸਾਰਾ ਵਾਤਾਵਰਨ ਖਰਾਬ ਕਰਿਆ। ਹੁਣ ਵੀ ਜਿਹੜੇ ਉਹਨਾਂ ਦੇ ਕਰਨਾ ਵਾਤਾਵਰਨ ਖਰਾਬ ਕਰਨੇ, ਉਹ ਤੇ ਉਹ ਜ਼ੋਰ ਨਹੀਂ ਦੇ ਰਹੇ। ਅਮਰੀਕਾ ਨੇ ਤਾਂ ਪਿੱਛੇ ਕਰਤਾ ਸੀ, ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਵੀ ਅਸੀਂ ਨਹੀਂ ਮੰਨਦੇ। ਪੈਰਿਸ ਸਮਝੌਤੇ ਉੱਤੇ ਬਾਈਕਾਟ ਕਰਤਾ ਸੀ, ਸੋ ਜੇ ਤੁਸੀਂ ਜਿਹੜਾ ਮਰਿਆਦਾ ਮਤੇ ਤੁਸੀਂ ਉੱਥੇ ਕਰਦੇ ਆ, ਹੁਣ ਤਾਂ ਕੋਈ ਮਰਿਆਦਾ ਮਤਾ ਨਹੀਂ, ਹੁਣ ਤਾਂ ਆਪਸ ਵਿੱਚ ਸਹਿਮਤੀ ਹੈ ਤੇ ਉਹ ਤਾਂ ਮਰਿਆਦਾ ਮਤੇ ਸੀ। ਮਰਿਆਦਾ ਮਤਾ ਤਾਂ ਉਦੋਂ ਵੱਡੀ ਗੱਲ ਹੁੰਦੀ ਹੈ ਨਾ, ਆਪਸੀ ਸਹਿਮਤੀ ਗੱਲਬਾਤ ਰਾਹੀਂ ਹੋਣ ਤੋਂ। ਕਿਉਂਕਿ ਜਦ ਤੁਸੀਂ ਮਤਾ ਪਕਾਉਂਦੇ ਹੋ, ਆਪਾਂ ਕਹਿੰਦੇ ਨਹੀਂ ਗੁਰਮਤਾ ਆਪਾਂ ਪਕਾਉਂਦੇ ਹਾਂ, ਉਹ ਵੀ ਤਾਂ ਮਤਾ ਹੀ ਹੁੰਦਾ ਨਾ। ਸੋ ਜਦ ਪਕਾਇਆ ਜਾਂਦਾ ਹੈ, ਉਹ ਹੋਰ ਵੱਡੀ ਚੀਜ਼ ਹੈ। ਮਤਿਆਂ ਨੂੰ ਨਹੀਂ ਮੰਨਿਆ ਗਿਆ, ਚੰਗੀ ਤਰ੍ਹਾਂ ਦੋਹਣ ਹੋਇਆ। ਸੋ ਇਸ ਗੱਲ ਨੂੰ ਤਾਂ ਆਪਾਂ ਜਿਹੜੇ ਇਹ ਵਾਅਦੇ ਕਰੇ ਗਏ ਨੇ, ਇਹ ਲਾਗੂ ਕਰਨ ਦੀ ਤਾਂ ਗੱਲ ਕਾਫੀ ਦੂਰ ਦੀ ਹੈ। ਕਿੱਥੋਂ ਲਿਆਵਾਂਗੇ ਜਿਹੜੇ ਅਸੀਂ ਕਹਿੰਦੇ ਹਾਂ ਵੀ ਅਸੀਂ ਟੈਕਨੋਲੋਜੀ ਰਾਹੀਂ ਕਾਰਬਨ, ਇਹਦਾ ਇੱਕ ਗੱਲ ਹੋਰ ਵੀ ਹੋ ਸਕਦੀ ਹੈ ਜੀ। ਇਹ ਜੋ ਇਹ ਵਾਅਦਿਆਂ ਦੀ, ਇਹ ਵਾਅਦਿਆਂ ਦਾ ਗੱਲ ਇਹ ਹੋ ਸਕਦੀ ਹੈ। ਮੈਂ ਵੈਸੇ ਉਦਾਹਰਨ ਬੜੀ ਪੁੱਠੀ ਜੀ ਦੇ ਰਿਹਾ। ਅੱਜ ਕੱਲ੍ਹ ਇੱਕ ਚੱਲ ਪਿਆ ਵੀ ਤੁਸੀਂ ਕਹਿ ਦਿਓ ਜੀ ਮੈਨੂੰ ਖਾਲਿਸਤਾਨੀ ਮਾਰਨ ਨੂੰ ਫਿਰਦੇ ਨੇ ਤੇ ਤੁਹਾਨੂੰ ਸਿਕਿਉਰਿਟੀ ਮਿਲ ਜੂ। ਇਹ ਕਹਿ ਦਿਓ ਮੈਨੂੰ WhatsApp ਦਾ ਮੈਸੇਜ ਆਇਆ ਜੀ ਮੇਰੇ ਘਰ ਜਾਣ ਤਾਂ ਇਹਨਾਂ ਨੇ ਮਾਰ ਦੇਣਾ, ਮੈਨੂੰ 10 ਸਿਪਾਹੀ ਦਿਓ ਵਾਸਤੇ। ਉਹ ਤਰੀਕਾ ਮੈਨੂੰ ਲੱਗਦਾ ਵੀ ਵਰਲਡ ਤੋਂ ਜਿਹੜਾ ਪੈਸਾ ਲੈਣਾ ਸਹਾਇਤਾ 'ਚ, ਹੁਣ ਇੱਥੇ ਤਾਂ ਦਿਵਾਲਾ ਨਿਕਲਿਆ ਪਿਆ, ਉਹਦੇ ਵਾਸਤੇ ਵੀ ਇਹ ਇੱਕ ਹੈਗਾ। ਬਰਤਾਨੀਆ ਦਾ ਕੈਨੇਡਾ ਡਾਲਰ ਦੇਣ ਨੂੰ ਤਿਆਰ ਨੇ ਜੀ। ਹਾਂ, ਸੋ ਇਸ ਕਰਕੇ ਮੈਂ ਕਹਿਣਾ ਵੀ ਬਹੁਤ ਜਗ੍ਹਾ ਦੇ ਉੱਤੇ ਇਹ ਗੱਲ ਵੀ ਸਾਡਾ ਮੁਲਕ ਦੇ ਤੌਰ ਤੇ ਵੀ ਅਸੀਂ ਕਈ ਵਾਰ ਕਰਦੇ ਹਾਂ ਇਹ ਗੱਲਾਂ ਕਿ ਤਾਂ ਨਹੀਂ ਮੈਨੂੰ ਪਤਾ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਕਰੀਆਂ ਨੇ, ਪਰ ਇਹ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਇਹੋ ਜਿਹੀਆਂ ਗੱਲਾਂ ਕਿ ਵੀ ਦੁਨੀਆ 'ਚ ਅਸੀਂ ਸਟੈਂਡ ਲੈਂਦੇ ਰਹੇ ਹਾਂ, ਸਾਡਾ ਮੁਲਕ ਸਟੈਂਡ ਲੈਂਦਾ, ਇਹ ਜੀ ਕੋਈ ਗੱਲ ਨਹੀਂ ਹੈ। ਦੁਨੀਆ ਦੇ ਵਿੱਚ ਸੱਚੀ 25% ਸਾਡੀ ਊਰਜਾ, 26% ਜੇ ਅਸੀਂ ਰੀਨਿਊਏਬਲ ਯਾਨੀ ਕਿ ਨਵਿਆਣਯੋਗ ਸਰੋਤਾਂ ਤੋਂ ਸ਼ੁਰੂ ਕਰੀ ਹੈ, ਔਰ ਪਿਛਲੇ 20 ਸਾਲਾਂ 'ਚ ਸ਼ੁਰੂ ਕਰੀ ਹੈ ਨਾ। 20 ਸਾਲ ਤੋਂ ਪਹਿਲਾਂ ਤਾਂ
ਹੋਰ ਹੈ ਨਹੀਂ ਸੀ। ਸੋ ਇਹ ਤਾਂ ਨਹੀਂ ਸਕਦਾ ਵੀ ਇਹ ਕੋਸ਼ਿਸ਼ ਹੀ ਨਹੀਂ ਜੀ, ਇਹ ਐਵੇਂ ਹੀ ਦਿਖਾਵਾ ਹੀ ਹੈ ਜੀ। ਇਹ ਤਾਂ ਫਿਰ ਇਹ ਹੋਏਗਾ ਨਾ ਵੀ ਤੁਸੀਂ ਸਰਕਾਰ ਨੂੰ ਗਾਲ ਹੀ ਕੱਢਣੀ ਹੈ, ਜਿਹੜੀ ਮਰਜ਼ੀ ਹੋਵੇ। ਐਂ ਨਹੀਂ ਮੈਂ ਕਰ ਸਕਦਾ। ਸਾਡੇ ਪ੍ਰਧਾਨ ਮੰਤਰੀ ਉੱਥੇ ਹਾਜ਼ਰ ਹੋਏ ਆ। ਜਿਹੜਾ ਸਾਡੇ ਪ੍ਰਧਾਨ ਮੰਤਰੀ ਨੇ ਉੱਥੇ ਸਟੈਂਡ ਲਿਆ, ਪ੍ਰਧਾਨ ਮੰਤਰੀ ਜਾਣੀ ਕਿ ਸਾਡੇ ਭਾਰਤ ਦੇਸ਼ ਨੇ ਜਿਹੜਾ ਸਟੈਂਡ ਲਿਆ ਹੈ, ਉਹ ਸਟੈਂਡ ਸਾਨੂੰ ਸ਼ੀਸ਼ਾ ਦਿਖਾਉਣ ਵਾਲਾ ਤਾਂ ਹੈਗਾ, ਪਰ ਉਹ ਕੀ ਹੋਰ ਤਹਿਆਂ ਦੇ ਅੰਦਰ ਕੀ ਹੈ, ਇਹਦੇ ਵਿੱਚ ਆਪਾਂ ਵਿਸ਼ਲੇਸ਼ਣ ਕਰ ਰਹੇ ਹਾਂ। ਉਹ ਵਿਸ਼ਲੇਸ਼ਣ ਦੇ ਵਿੱਚ ਇੱਕ ਤਾਂ ਇਹ ਸੰਭਾਵਨਾ ਇੱਥੇ ਤੱਕ 2030 ਤੱਕ ਪਹੁੰਚਣ ਦੀ 500 ਗੀਗਾਵਾਟ ਦੀ, ਇਹ ਕਾਫੀ ਔਖੀ ਹੈ। 2018 ਚ 175 ਗੀਗਾਵਾਟ ਸੀ। ਸੋ ਇਸ ਕਰਕੇ 175 ਤੋਂ 500 ਤੱਕ 12 ਸਾਲ ਚ ਪਹੁੰਚਣਾ ਕਾਫੀ ਔਖਾ ਹੈ, ਮਿਕਸ ਉਸਦੇ ਵਿੱਚ ਜਾਣਾ। ਸੋ ਇਕੱਲੇ ਊਰਜਾ ਦੇ ਉੱਤੇ ਅਸੀਂ ਗੱਲ ਕਰੀਏ, ਇਹ ਸਾਰੇ ਜਿਹੜੀ ਅਸੀਂ ਗੱਲ ਹੈ ਪ੍ਰਧਾਨ ਮੰਤਰੀ ਜੀ ਦੀ 5 ਅੰਮ੍ਰਿਤ ਜਿਹੜੇ ਕਿਹਾ ਹੈ, ਉਹ ਸਾਰੀ ਊਰਜਾ ਦੇ ਅੰਦਰ। ਦੂਜਾ ਕਾਰਬਨ ਫੁੱਟਪ੍ਰਿੰਟਸ ਘਟਾਉਣੇ, ਜਿਹੜੇ ਫੁੱਟਪ੍ਰਿੰਟਸ ਮੀਥੇਨ ਤੇ ਅਸੀਂ ਮੰਨੇ ਨਹੀਂ। ਮੀਥੇਨ ਜਿਹੜੀ ਹੈ ਉਸ ਨਾਲ ਹੀ ਪ੍ਰੋਡਿਊਸ ਹੁੰਦੀ ਹੈ। ਹੁਣ ਅਸੀਂ ਉਹਦੇ ਵਿੱਚ ਪਸ਼ੂਆਂ ਰਾਹੀਂ ਹੁੰਦੀ ਹੈ। ਸਾਡਾ ਦੇਸ਼ ਤਾਂ ਜੰਗਲਾਂ, ਪਸ਼ੂਆਂ ਤੇ ਖੇਤੀ ਦੇ ਉੱਤੇ ਨਿਰਭਰ ਹੈ। ਜੇ ਅਸੀਂ ਇਹ ਜਾਣ ਕੇ ਆਵਾਂ, ਇਸ ਕਰਕੇ ਅਸੀਂ ਡਿਫੋਰੈਸਟੇਸ਼ਨ ਨਹੀਂ ਮੰਨੀ, ਪਰ ਖੇਤੀ ਦੇ ਉੱਤੇ ਮੀਥੇਨ ਘਟ ਜਾਣੀ ਹੈ, ਉਹ ਸਾਨੂੰ ਪਤਾ ਹੈ। ਤਾਂ ਹੀ ਅਸੀਂ ਇਹ ਫੁੱਟਪ੍ਰਿੰਟਸ ਘਟਾਉਣ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਤਾਂ ਖੇਤੀ ਤਾਂ ਦੇਣੀ ਹੈ ਕਾਰਪੋਰੇਟ ਨੂੰ। ਕਾਰਪੋਰੇਟ ਮਸ਼ੀਨਾਂ ਰਾਹੀਂ, ਪਸ਼ੂਆਂ ਨੇ ਉਹਨੇ ਪਸ਼ੂਆਂ ਦਾ ਹੋਰ ਹੀ ਹਿਸਾਬ ਕਰ ਦੇਣਾ। ਸੋ ਇਹ ਸਮਝੌਤੇ ਉਸ ਪਾਸੇ ਨੂੰ ਦਿਸ਼ਾ ਨੂੰ ਲੈ ਕੇ ਜਾਂਦੇ ਨੇ ਵੀ ਕਿਉਂਕਿ ਅਸੀਂ ਕਾਰਪੋਰੇਟ ਨੂੰ ਦੇ ਦੇਣਾ ਹੈ, ਤੇ ਕਾਰਪੋਰੇਟ ਨੂੰ ਸਮਝੌਤੇ ਲਾਗੂ ਹੋਣੇ ਕੋਈ ਔਖਾ ਕੰਮ ਨਹੀਂ। ਫਿਰ ਪ੍ਰਧਾਨ ਮੰਤਰੀ ਸਾਹਿਬ ਬਿਲ ਗੇਟਸ ਉਹਨਾਂ ਨੂੰ ਮਿਲ ਕੇ ਆਇਆ ਜੀ, ਉਹਨਾਂ ਨਾਲ ਮੁਲਾਕਾਤ ਕਰਕੇ ਆਇਆ। ਹਾਂ, ਸੋ ਜਦ ਅਸੀਂ ਕਾਰਪੋਰੇਟ ਨੂੰ, ਵਿਦੇਸ਼ੀ ਤੇ ਦੇਸ਼ੀ ਨੂੰ ਸਾਰਾ ਕੁਝ ਦੇ ਦੇਣਾ ਹੈ, ਪਸ਼ੂ ਪਾਲਣ ਵੀ, ਜੰਗਲਾਤ ਵੀ, ਜ਼ਮੀਨ ਵੀ। ਜੰਗਲਾਤ ਤੇ ਕਿਉਂ ਨਹੀਂ ਅਸੀਂ ਮੰਨੇ? ਕਿਉਂਕਿ ਅਸੀਂ ਉਹਨਾਂ ਖਾਨਾ ਖੋਦਣ ਵਾਸਤੇ ਜੰਗਲ ਕੱਟਣਾ ਅਲਾਓ ਕਰ ਰਹੇ ਹਾਂ। ਅਸੀਂ ਵੱਡੀਆਂ ਬਣਾਉਣ ਵਾਸਤੇ ਆ ਤੁਹਾਡੇ, ਜੇ ਅਸੀਂ ਆਈਏ ਫਗਵਾੜੇ ਤੱਕ, ਸਾਰੇ ਪੇੜ ਵੱਢਤੇ, ਇੱਥੋਂ ਰੋਪੜ ਤੋਂ ਲੈ ਕੇ ਫਗਵਾੜੇ ਤੱਕ ਚੌੜੀ ਸੜਕ ਬਣਾ, ਐਡੇ ਐਡੇ ਪੇੜ ਖੜੇ ਸੀ ਤੇ ਜਿਉਂਦੇ ਜਾਂਦੇ ਸੀ। ਸੋ ਜਦ ਅਸੀਂ ਉੱਥੇ, ਇਸੇ ਕਰਕੇ ਅਸੀਂ ਜੰਗਲਾਤ ਬਾਰੇ ਨਹੀਂ ਮੰਨੇ, ਜਿਵੇਂ ਹੁਣ ਮੰਨਣਾ। ਸੋ ਮੈਨੂੰ ਇਹਦੇ ਚੋਂ ਇੱਕ ਇਹ ਪਾਰਟ ਜਿਹੜਾ ਤੁਸੀਂ ਸਵਾਲ ਕਰਿਆ ਨਾ, ਬੜਾ ਸੋਹਣਾ ਸਵਾਲ ਹੈ, ਕੀ ਅਸੀਂ ਪੂਰੇ ਕਰ ਸਕਾਂਗੇ? ਮੇਰਾ ਸਵਾਲ ਇਹ ਹੈ, ਲਵਾਂਗੇ। ਕਿਉਂ ਕਰ ਲਵਾਂਗੇ? ਕਿਉਂਕਿ ਅਸੀਂ ਤਾਂ ਸਭ ਕੁਝ ਵੇਚ ਦੇਣਾ, ਅਸੀਂ ਤਾਂ ਸਾਰਾ ਕੁਝ ਕਾਰਪੋਰੇਟ ਨੂੰ ਦੇ ਦੇਣਾ। ਜਦ ਅਸੀਂ ਆਪਦੀ ਖੇਤੀ ਦੇ ਹਵਾਲੇ ਕਰਤੀ, ਆਪਦਾ ਪਸ਼ੂ ਧਨ ਕਾਰਪੋਰੇਟ ਦੇ ਹਵਾਲੇ ਕਰਤਾ, ਆਪਦੀ ਜ਼ਮੀਨ ਕਾਰਪੋਰੇਟ ਦੇ ਹਵਾਲੇ ਕਰਤੀ, ਆਪਦੇ ਸਾਰੇ ਘਰ ਕਾਰਪੋਰੇਟ ਦੇ ਹਵਾਲੇ ਕਰਤੇ ਵੀ ਆਪ ਕਿਰਾਏ 'ਚ ਹੀ ਰਹਿਣਗੇ ਲੋਕ, ਜੰਗਲ ਆਪਦੇ ਕਾਰਪੋਰੇਟ ਨੂੰ ਦੇਤੇ, ਸਮੁੰਦਰ ਕਾਰਪੋਰੇਟ ਨੂੰ ਦੇਤਾ, ਫਿਰ ਕਾਰਪੋਰੇਟ ਤਾਂ ਕਰ ਹੀ ਰਹੂਗਾ, ਕਿਉਂਕਿ ਉਹਨੇ ਤਾਂ ਆਪਦੇ ਵਾਸਤੇ ਹੀ ਕਰਨਾ ਨਾ, ਉਹਦੇ ਕੋਲ ਪੈਸੇ ਹੀ ਬਹੁਤ ਹੈ, ਸਾਰਾ ਪੈਸਾ ਲੋਕਾਂ ਦਾ ਇਕੱਠਾ ਕਰਕੇ ਨਿਚੋੜ ਕੇ। ਸੋ ਇਸ ਕਰਕੇ ਜੇ ਮੈਂ ਵਿਕਾਸ ਮਾਡਲ ਦੀ, ਜਿੱਥੇ ਤੁਸੀਂ ਟੋਕਿਆ, ਵਿਕਾਸ ਮਾਡਲ ਦੀ ਗੱਲ ਹੀ ਤਾਂ ਕਰ ਰਿਹਾ ਸੀ। ਦੁਨੀਆ ਦੇ ਵਿੱਚ ਕਾਰਪੋਰੇਟ ਕਰ ਵੀ ਦੇਵੇ, ਅਗਲੀ ਗੱਲ ਮੈਂ ਕਹਿਣਾ, ਫਿਰ ਵੀ ਵਾਤਾਵਰਨ ਨਹੀਂ ਸੁਧਰਨਾ, ਕਿਉਂਕਿ ਉਹਦੀਆਂ ਸਮੱਸਿਆਵਾਂ ਆਉਣਗੀਆਂ। ਵਾਤਾਵਰਨ ਜਿਹੜੀ ਇਹ ਧਰਤੀ, ਰਛਪਾਲ ਸਿੰਘ ਜੀ, ਪਿਛਲੇ ਇੰਨੇ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਹੈ, ਇੱਥੇ ਜੀਵਨ ਚੱਲ ਰਿਹਾ, ਉਹ ਇਸ ਕਰਕੇ ਚੱਲ ਰਿਹਾ ਹੈ ਕਿ ਅਸੀਂ ਕੁਦਰਤ ਨਾਲ ਇੱਕ ਸੁਰਤਾ ਵਾਲਾ ਜੀਵਨ ਹੈ। ਉਹ ਸਾਨੂੰ ਬਦਲਾਅ ਕਰਨ ਦੀ ਲੋੜ ਹੈ, ਸਿਫਤੀ ਤੌਰ ਦੇ ਬਦਲਾਅ, ਕੁਆਲੀਟੇਟਿਵ ਚੇਂਜ, ਕੁਆਂਟੀਟੇਟਿਵ ਨਹੀਂ, ਕੁਆਲੀਟੇਟਿਵ, ਸਿਫਤੀ ਬਦਲਾਅ। ਉਹ ਕੀ ਹੈ? ਉਹ ਲਾਈਨਾਂ 'ਚ ਦੋ 'ਚ ਮੈਂ ਕਰਕੇ ਆਪਦੀ ਗੱਲ ਖਤਮ ਕਰਾਂਗਾ। ਉਹ ਬਦਲਾਅ ਇਹ ਹੈ ਕਿ ਅੱਜ ਅਸੀਂ ਜਿੰਨੀਆਂ ਵੀ ਵਸਤਾਂ ਪੈਦਾ ਕਰਦੇ ਹਾਂ, ਉਹ ਸਾਰੀਆਂ ਦੀਆਂ ਸਾਰੀਆਂ ਅਸੀਂ ਵਪਾਰ ਵਾਸਤੇ ਪੈਦਾ ਕਰਦੇ ਹਾਂ, ਲੋੜ ਵਾਸਤੇ ਨਹੀਂ ਪੈਦਾ ਕਰਦੇ। ਨਾ ਵਿਕੇ ਉਹਦੀ ਲੋੜ ਝੂਠੀ ਪੈਦਾ ਕਰਦੇ ਹਾਂ, ਐਡਵਰਟਾਈਜ਼ਮੈਂਟ ਕਰਕੇ, ਉਹਦੇ ਤੇ ਸੋਹਣਾ ਰੰਗ ਕਰਕੇ, ਉਹਨੂੰ ਸੋਹਣੇ ਪੈਕਟ 'ਚ ਲਪੇਟ ਕੇ, ਫਿਰ ਅਸੀਂ ਉਹ ਵਸਤਾਂ ਬਾਰ-ਬਾਰ ਵਿਕਦੀਆਂ ਰਹਿਣ, ਉਹਨਾਂ ਨੂੰ ਕਹਿਣਾ ਵਰਤੋਂ ਤੇ ਸੁੱਟ ਦਿਓ। ਇਹ ਅਸੀਂ ਵਸਤਾਂ ਅਸੀਂ ਪੈਦਾ ਵੇਚਣ ਵਾਸਤੇ ਕਰ ਰਹੇ ਹਾਂ, ਅਸੀਂ ਲੋੜ ਵਾਸਤੇ ਝੂਠੀ ਲੋੜ ਸਿਰਜ ਦਿੰਦੇ ਹਾਂ। ਸਕੂਲਾਂ ਦੇ ਸੋਹਣੇ ਸੋਹਣੇ ਬਾਗ ਬਣਾਉਣਾ, ਬੜਾ ਕੁਛ ਕਰਦੇ ਹਾਂ ਅਸੀਂ ਵੀ ਤਾਂ ਪੜ੍ਹਦੀ ਸੀ ਸਕੂਲਾਂ 'ਚ, ਅਸੀਂ ਵੀ ਪੜ੍ਹ ਕੇ ਆਏ, ਕੋਈ ਮਾੜੀ ਪੜ੍ਹਾਈ ਨਹੀਂ, ਏਦੂ ਚੰਗੀ ਪੜ੍ਹਾਈ ਕਰਦੇ ਆਏ ਆ, ਕੋਈ ਐਂ ਨਹੀਂ ਵੀ ਅਸੀਂ ਬਿਮਾਰੀ ਰਹਿੰਦੇ ਸੀ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ, ਇੱਕ ਤਾਂ ਜਿੰਨਾ ਚਿਰ ਅਸੀਂ ਵਸਤਾਂ ਵਪਾਰ ਵਾਸਤੇ ਪੈਦਾ ਕਰਾਂਗੇ ਤਾਂ ਅਸੀਂ ਕੁਦਰਤ ਨਾਲ ਸੰਤੁਲਨ 'ਚ ਨਹੀਂ ਰਹਾਂਗੇ, ਕੁਦਰਤ ਦਾ ਦੋਹਨ ਕਰਾਂਗੇ, ਮਨੁੱਖ ਦੀਆਂ ਲੋੜਾਂ ਦੀ ਪੂਰਤੀ ਨਹੀਂ ਕਰਾਂਗੇ, ਤੇ ਕੁਝ ਬੰਦਿਆਂ ਤੋਂ ਧਨ ਦੂਜੇ ਪਾਸੇ ਇਕੱਠਾ ਕਰਾਂਗੇ, ਤੇ ਕੁਦਰਤ ਦਾ ਜਿਹੜਾ ਹੈ ਵਾਤਾਵਰਨ ਨੂੰ ਖਰਾਬ ਹੀ ਕਰਾਂਗੇ। ਜਿੰਨਾ ਮਰਜ਼ੀ ਅਸੀਂ ਹਾਂ ਨਾ ਕਹੀ ਜਾਈਏ, ਜਿੰਨੇ ਮਰਜ਼ੀ ਅਸੀਂ ਇਹ ਡਰਾਮੇ, ਇਹ ਉਹੋ ਜਿਹਾ ਡਰਾਮਾ ਹੈ, ਜੇ ਐਂ ਪੁੱਛਦੇ ਹੋ ਸਹੀ ਗੱਲ, ਵੀ ਜਿਵੇਂ ਕਿਸੇ ਗਰੀਬ ਨੂੰ ਕਹਿ ਦੇਣਾ ਵੀ ਆਹ ਲੈ ਭਾਈ ਤੂੰ ਰੋਟੀ ਖਾ ਲੈ। ਵਾਤਾਵਰਨ ਤਾਂ ਕਰ ਰਿਹਾ ਨਾ ਵੀ ਕੋਈ ਨਹੀਂ, ਜੇ ਅਸੀਂ ਇੰਨਾ ਕੁ ਵਾਤਾਵਰਨ ਤੇ ਵੀ ਲਾ ਦਾਂਗੇ,
1 ਟ੍ਰਿਲੀਅਨ ਡਾਲਰ ਕਰਨੀ ਉਹਨਾਂ ਵਾਸਤੇ। ਪਰ ਜੇ ਅਸੀਂ ਵਸਤਾਂ ਲੋੜ ਵਾਸਤੇ ਪੈਦਾ ਕਰੀਏ, ਵਪਾਰ ਤਾਂ ਫਿਰ ਵੀ ਹੋਊਗਾ, ਵਸਤਾਂ ਤਾਂ ਵਿਕਣੀਆਂ ਹੀ ਨੇ ਨਾ। ਜੇ ਅਸੀਂ ਲੋੜ ਵਾਸਤੇ ਪੈਦਾ ਕਰੀਏ ਤਾਂ ਅਸੀਂ ਕੁਦਰਤ ਨਾਲ ਇੱਕ ਸੁਰਤਾ 'ਚ ਪੈਦਾ ਕਰਾਂਗੇ, ਆਪਣੀਆਂ ਲੋੜਾਂ ਘਟਾ ਕੇ ਰੱਖਾਂਗੇ। ਅਸੀਂ ਓਨੀਆਂ ਕੀ ਵਸਤਾਂ ਪੈਦਾ ਕਰਾਂਗੇ ਜਿਨ੍ਹਾਂ ਦੀ ਲੋੜ ਆ, ਉਹਨਾਂ ਨੂੰ ਵੇਚ ਕੇ ਮੁਨਾਫਾ ਵੀ ਕਮਾਵਾਂਗੇ, ਉਹਨਾਂ ਨੂੰ ਬਾਹਰ ਵੀ ਭੇਜਾਂਗੇ, ਬਾਹਰੋਂ ਲੋੜੀਂਦੀਆਂ ਵਸਤਾਂ ਉਰੇ ਵੀ ਮੰਗਾਵਾਂਗੇ ਜਿਹੜੀਆਂ ਉਰੇ ਨਹੀਂ ਹੁੰਦੀਆਂ। ਵਪਾਰ ਵੀ ਸੰਸਾਰ ਵੀ ਚੱਲੂਗਾ ਤੇ ਇਨਸਾਨੀਅਤ ਵੀ ਚੱਲੇਗੀ, ਕੁਦਰਤ ਵੀ ਚੱਲੇਗਾ, ਸੰਤੁਲਨ ਵੀ ਰਹੇਗਾ। ਸੋ ਅੱਜ ਜਿਹੜੇ ਅਸੀਂ ਜਿਹੜੀ ਹੈਗੀ ਆ ਪਾਰਟੀਆਂ ਦੇ ਸੰਮੇਲਨ ਕਰ ਕਰਕੇ ਵਾਤਾਵਰਨ ਨੂੰ ਬਚਾਉਣ 'ਚ ਸ਼ਾਇਦ ਓਡੀ ਵੱਡੀ, ਛੋਟੀ ਮੋਟੀ ਤਾਂ ਕਿਤੇ ਹੋ ਹੀ ਜਾਂਦੀ, ਇਹ ਉੱਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੀ ਹੈ। ਤੇ ਜਾਂ ਕਹਿ ਲਓ ਵੀ ਉੱਠ ਦੇ ਉੱਤੋਂ ਛਾਲਣੀ ਲਾਉਣ ਵਾਲੀ ਗੱਲ ਹੈ। ਭਾਰ ਇੰਨਾ ਜ਼ਿਆਦਾ ਹੈ, ਇੱਕ ਛਾਲਣੀ ਉਤਾਰ ਕੇ ਤੁਸੀਂ ਕਹੋ ਭਾਰ ਉਤਰ ਗਿਆ, ਉਹ ਭਾਰ ਉਤਰਨਾ ਨਹੀਂ ਹੈ। ਸੋ ਸਾਨੂੰ ਆਪਣਾ ਤੌਰ ਤਰੀਕਾ ਵਿਕਾਸ ਦੇ ਮਾਡਲ ਦਾ ਬਦਲਣਾ ਪਊਗਾ ਪੂਰੇ ਸੰਸਾਰ ਨੂੰ। ਡਾਕਟਰ ਸਾਹਿਬ, ਤਾਂ ਅਸੀਂ ਵਾਤਾਵਰਨ ਨੂੰ ਬਚਾ ਸਕਾਂਗੇ, ਇੱਥੋਂ ਦੀ ਜੈਵਿਕ ਵਿਭਿੰਨਤਾ ਨੂੰ ਬਚਾ ਸਕਾਂਗੇ, ਇੱਥੋਂ ਦੇ ਨਿਰਜੀਵ ਮਾਦੇ ਨੂੰ, ਪਹਾੜਾਂ ਨੂੰ, ਸਮੁੰਦਰਾਂ ਨੂੰ, ਧਰਤੀ ਨੂੰ, ਮਿੱਟੀ ਨੂੰ, ਟਿੱਬਿਆਂ ਨੂੰ ਬਚਾ ਸਕਾਂਗੇ। ਡਾਕਟਰ ਸਾਹਿਬ, ਤੁਹਾਡੀ ਮੈਂ ਆਖਰੀ ਬਸ, ਕਿਉਂਕਿ ਸਮਾਂ ਆਪਣੇ ਕੋਲ ਸਮਾਪਤ ਹੈ, ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ ਕਿ ਊਠ ਤੋਂ ਛਾਨਣੀ ਲਾਉਣ ਵਾਲੀ ਗੱਲ, ਕਿ ਉੱਥੇ ਸੰਮੇਲਨ ਦੇ ਵਿੱਚ ਇੱਕ ਭਾਰਤੀ ਸਕੂਲੀ ਵਿਦਿਆਰਥਣ ਸੀ, ਜਿਹੜੀ ਪ੍ਰਿੰਸ ਵਿਲੀਅਮਸ ਵੱਲੋਂ ਸ਼ੁਰੂ ਕੀਤੇ ਗਏ ਅਰਥ ਸ਼ਾਟ ਜਿਹੜਾ ਪੁਰਸਕਾਰ ਹੈ, ਉਹਦੀ ਫਾਈਨਲਿਸਟ ਹੈਗੀ ਹੈ ਤੇ 15 ਸਾਲ ਦੀ ਉਮਰ ਹੈ। ਉਹਨੇ ਫਿਰ ਉੱਥੇ ਸਾਰਿਆਂ ਨੂੰ ਵੰਗਾਰਿਆ, ਕਹਿੰਦੀ ਵੀ ਜੇ ਤੁਹਾਡੇ ਕੋਲੋਂ ਨਹੀਂ ਸੰਭਾਲਿਆ ਜਾ ਰਿਹਾ ਤੇ ਸਾਨੂੰ ਬੱਚਿਆਂ ਨੂੰ ਤੇ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ ਅੱਗੇ ਆਉਣ ਦਿਓ, ਅਸੀਂ ਫਿਰ ਸੰਭਾਲਣ ਲਈ ਕੋਈ ਪ੍ਰੋਗਰਾਮ ਦਈਏ ਤੇ ਅਸੀਂ ਕੋਈ ਕੌਮਾਂਤਰੀ ਪੱਧਰ ਤੇ ਸੱਦਾ ਦੇ ਕੇ ਲੋਕਾਂ ਦੀ ਸ਼ਕਤੀ ਜੋੜ ਕੇ ਅਸੀਂ ਇਹਨੂੰ ਸੰਭਾਲ ਸਕੀਏ। ਇਹ ਸਾਡੇ ਲਈ ਬੜਾ ਵੱਡਾ ਖਤਰਾ ਹੈ। ਤੇ ਉਹਨਾਂ ਦੇ ਨਾਲ ਹੀ ਇੱਕ ਵਿਦਿਆਰਥੀ ਭਾਰਤ ਜੇਤੂ ਵਿਦਿਅਤ ਸੀਗਾ, ਉਹਨੇ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਤੇ ਖੇਤੀਬਾੜੀ ਰਹਿੰਦ ਖੂੰਹਦ ਜਿਹੜੀ ਹੈ ਉਹਦੀ ਮੁੜ ਵਰਤੋਂ ਕਿਵੇਂ ਕੀਤੀ ਜਾਵੇ, ਉਹਦਾ ਪ੍ਰੋਜੈਕਟ ਉਹਨੇ ਪੇਸ਼ ਕੀਤਾ ਹੈ। ਤੇ ਉਮੀਦ ਹੈ ਵੀ ਇਹ ਜਿਹੜੇ ਸਾਡੇ ਆਉਣ ਵਾਲੇ ਵਿਦਿਆਰਥੀ ਨੇ, ਜੇ ਬੱਚੇ ਨੇ, ਉਹ ਇਹਨਾਂ ਗੱਲਾਂ ਨੂੰ ਦੇਖ ਰਿਹਾ ਵੀ ਊਠ ਤੋਂ ਛਾਨਣੀ ਲਾਈ ਜਾ ਰਹੀ ਹੈ ਤੇ ਉਹ ਸਹਿਰਦ ਹੋ ਕੇ ਕੁਝ ਨਾ ਕੁਝ ਕਰ ਸਕਦੇ ਜੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ। ਹਾਂ, ਬਿਲਕੁਲ ਠੀਕ ਹੈ। ਉਹ ਗ੍ਰੇਟਾ ਥਨਬਰਗ ਨੇ ਵੀ ਇਹੀ ਕਰਿਆ, ਸਾਡੇ ਵਾਲੀ ਲੜਕੀ ਨੇ ਵੀ ਇਹੀ ਕਰਿਆ। ਇਹ ਮੈਂ ਜਾਣਬੁੱਝ ਕੇ ਰੈਫਰ ਤਾਂ ਨਹੀਂ ਕਰਿਆ ਸੀ ਕਿ ਵੀ ਬੜੇ ਸੰਦਰਭ 'ਚ ਇਹਨੂੰ ਮੈਂ ਲਿਜਾਣਾ ਚਾਹੁੰਦਾ ਸੀ ਕਿ ਇਹ ਨਾ ਆਉਣ ਵਾਲੀ ਪੀੜ੍ਹੀ ਕਰੇਗੀ। ਪਰ ਇੱਕ ਗੱਲ ਮੈਨੂੰ ਉਹਦੇ 'ਚ ਵੀ ਥੋੜਾ ਉਹ ਰਹਿੰਦਾ ਹੈ ਵੀ ਜੇ ਅਸੀਂ ਸੋਚ ਇਹ ਬਣਾਤੀ ਕਿ ਯੂਜ਼ ਐਂਡ ਥਰੋ ਕਲਚਰ ਹੈ, ਫਿਰ ਅਸੀਂ ਕੀ ਲੱਭਾਂਗੇ ਕਿ ਜੀ ਇਹਨੂੰ ਕਿਵੇਂ ਇਕੱਠਾ ਕਰਨਾ ਹੈ, ਰੱਖਣਾ ਕਿੱਥੇ ਆ। ਜਿਵੇਂ ਹੁਣ ਕਹਿੰਦੇ ਪਲਾਸਟਿਕ ਦੀਆਂ ਬੋਤਲਾਂ ਮਿਊਨਿਸਪਲ ਕਮੇਟੀ ਇਕੱਠਾ ਕਰੇ। ਸਾਨੂੰ ਪੂਰੇ ਦਾ ਪੂਰਾ ਜਿਹੜਾ ਜੀਵਨ ਸ਼ੈਲੀ ਹੈ ਜੀ, ਸਾਡੇ ਨੌਜਵਾਨ ਇਹ ਕੋਸ਼ਿਸ਼ ਕਰ ਰਹੇ ਨੇ। ਗ੍ਰੇਟਾ ਥਨਬਰਗ ਨੇ ਵੀ ਇਹੀ ਕਿਹਾ, ਇਹ ਲੜਕੀ ਨੇ ਵੀ ਇਹੀ ਕੋਸ਼ਿਸ਼ ਕਰੀ ਕਿ ਉਹ ਜਿਹੜੀ ਅਸੀਂ ਜਿਹੜੀ ਵੀ ਟੈਕਨੋਲੋਜੀ ਡਿਵੈਲਪ ਕਰੀਏ, ਜੋ ਵੀ ਕੁਝ ਕਰੀਏ, ਪਹਿਲਾਂ ਸਾਨੂੰ ਖਪਤਵਾਦ ਦੀ ਜੀਵਨ ਸ਼ੈਲੀ ਜਿਹੜੀ ਅਸੀਂ ਪੈਦਾ ਕਰੀ ਹੈ, ਜਿਹੜੀ ਅਸੀਂ ਬੇਲੋੜੀਆਂ ਵਸਤਾਂ ਪੈਦਾ ਕਰਨ ਦੀ, ਵਪਾਰ ਵਾਸਤੇ ਵਸਤਾਂ ਪੈਦਾ ਕਰਨ ਦਾ ਮਾਡਲ ਹੈ ਸਾਡਾ ਵਿਕਾਸ ਦਾ, ਕੁਦਰਤ ਨਾਲ ਟੱਕਰ ਲੈ ਕੇ ਉਹਨੂੰ ਜੇ ਅਸੀਂ ਬੋਲਦੇ ਤਾਂ ਕੋਈ ਕਹੂਗਾ ਨਹੀਂ ਨਹੀਂ ਤੁਸੀਂ ਤਾਂ ਵਿਕਾਸ ਤੇ ਰੋੜਾ ਲਾਉਣਾ ਜੀ, ਇਹ ਤਾਂ ਵਿਕਾਸ ਐਂ ਹੋਊਗਾ ਜੀ। ਅਸੀਂ ਆਖਰੀ ਗੱਲ, ਕਿਉਂਕਿ ਟਾਈਮ ਆਪਣਾ ਖਤਮ ਹੋ ਰਿਹਾ, ਕਹਿ ਕੇ ਗੱਲ ਕਰਾਂਗਾ ਮੈਂ। ਜਿਹੜੇ ਜੰਗਲਾਂ ਦੇ ਵਿੱਚ ਲੋਕ ਕਬੀਲੇ ਰਹਿੰਦੇ ਨੇ, ਅੱਜ ਵੀ ਸੁਹਿਰਦ ਨੇ, ਆਪਣਾ ਉਹ ਨੱਚਦੇ ਨੇ, ਗਾਉਂਦੇ ਨੇ, ਆਪਣੀ ਰੋਟੀ ਖਾਂਦੇ ਨੇ, ਜੀਵਤ ਉਹ ਵੀ ਰਹਿੰਦੇ ਨੇ ਤੇ ਜੀਵਤ ਅਸੀਂ ਵੀ ਰਹਿੰਦੇ। ਅੱਜ ਸਾਡੇ ਜਿਹੜੇ ਵਿਕਸਿਤ ਲੋਕ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਬਲੱਡ ਪ੍ਰੈਸ਼ਰ, ਸ਼ੂਗਰ, ਮਾਨਸਿਕ ਰੋਗ, ਲੜਾਈਆਂ, ਤਣਾਅ ਤੇ ਥੁੜਾਂ ਤੋਂ ਜ਼ਿਆਦਾ। ਕੁਦਰਤ ਦਾ ਪਾਣੀ ਪੀਂਦੇ ਸੀ ਖੂਹਾਂ ਦੇ ਵਿੱਚ, ਉਹਨਾਂ ਪਾਣੀ ਗੰਦਾ ਨਹੀਂ ਹੁੰਦਾ ਸੀ ਜਿੰਨਾ ਹੁਣ ਸਪਲਾਈ ਜਿਹੜਾ ਪਾਣੀ ਆਉਂਦਾ ਉਹਦੇ ਜੋ ਕੁਝ ਮਿਕਸ ਹੋਇਆ ਹੁੰਦਾ। ਫਿਰ ਲੱਭਦਾ ਵੀ ਫਿਲਟਰ ਲਾਓ ਜੀ, RO ਲਾਓ ਜੀ, ਕੱਲ੍ਹ ਨੂੰ ਕੁਝ ਹੋਰ ਲਾਓ ਜੀ। ਉਹ ਸਿਰਫ ਅਮੀਰ ਕੰਮ ਰਹਿ ਗਿਆ ਕਿ ਕਾਮਨ ਮੈਨ ਨੂੰ ਅਸੀਂ ਨਾ ਸਾਫ਼ ਪਾਣੀ ਦੇ ਸਕਿਆ, ਨਾ ਉਹਨੂੰ ਸਾਫ਼ ਪਖਾਨੇ ਦੀ ਜਗ੍ਹਾ ਦੇ ਸਕਿਆ, ਨਾ ਉਹਨੂੰ ਸਾਫ਼ ਕਰ ਦੇ ਸਕਿਆ। ਪਹਿਲਾਂ ਇਦੋਂ ਬਿਹਤਰ ਥੋੜ੍ਹੇ ਘਣੇ ਘਰ ਹੁੰਦੇ ਸੀ। ਠੀਕ ਹੈ, ਓਵਰਆਲ ਕੋਈ ਵਿਕਾਸ ਹੋਇਆ, ਸੋ ਕਾਲਡ ਵਿਕਾਸ, ਪਰ ਅੱਜ ਸਾਡੀ ਲੋੜ ਵਾਤਾਵਰਨ ਨੂੰ ਸੰਭਾਲਣ ਵਾਸਤੇ ਜ਼ਿਆਦਾ ਜ਼ਰੂਰੀ ਹੈ। ਦੁਨੀਆ ਤਬਾਹ ਹੋਏਗੀ ਨਹੀਂ। ਕੁਦਰਤ ਜਿਵੇਂ ਆ ਰੌਦਰ ਰੂਪ ਕਹਿੰਦੇ ਸੀ ਨਾ, ਜਿਹੜਾ ਉੱਤਰਾਖੰਡ ਦੇ ਕੇਦਾਰਨਾਥ ਦੇ ਮੰਦਿਰ 'ਚ ਆਇਆ ਸੀ, ਜਾਂ ਹੁਣ ਮੌਸਮ ਜਿਵੇਂ ਬਦਲ ਰਹੇ ਨੇ, ਜਿਹੜਾ ਆਲਮੀ ਤਪਸ ਨਾਲ, ਇਹਨੂੰ ਜੇ ਸੰਭਾਲਣਾ ਹੈ ਤਾਂ ਸਾਨੂੰ
ਸਾਡੇ ਵਿਕਾਸ ਦੇ ਮਾਡਲ ਨੂੰ ਬਦਲਣਾ ਪਏਗਾ। ਡਾਕਟਰ ਸਾਹਿਬ, ਤੁਸੀਂ ਬਹੁਤ ਡੂੰਘੀ ਜਾਣਕਾਰੀ ਸਾਂਝੀ ਕੀਤੀ ਕਿ ਜਿਹੜਾ ਵਿਕਾਸ ਦਾ ਮਾਡਲ ਹੈ, ਜੇ ਉਹ ਬਾਜ਼ਾਰ ਤੇ ਵਪਾਰ ਤੇ ਆਧਾਰਿਤ ਹੋਏਗਾ ਤੇ ਕੋਈ ਵੀ ਸੁਧਾਰ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਹਾਂ, ਆਚਾਰ ਤੇ ਉੱਚਾ ਤੇ ਸੁੱਚਾ ਵਿਵਹਾਰ ਹੈ, ਉਹਨੂੰ ਸਾਹਮਣੇ ਰੱਖ ਕੇ ਸਾਨੂੰ ਮਾਡਲ ਅਪਣਾਉਣਾ ਪਏਗਾ ਔਰ ਉਹਦੇ ਲਈ ਸਾਨੂੰ ਸੱਚਮੁੱਚ ਸਮਰਪਿਤ ਹੋਣਾ ਪਏਗਾ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸ਼ੁਕਰੀਆ।